UGC ਨੈਟ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਦਾ ਅੱਜ ਦੀ ਕਲਾਸ ਵਿੱਚ ਸਵਾਗਤ ਹੈ। ਅੱਜ ਅਸੀਂ ਕਰਨ ਜਾ ਰਹੇ ਹਾਂ ਸੁਕਰਾਤ ਦੀਆਂ ਸਿੱਖਿਆਵਾਂ। ਜੇਕਰ ਆਪਾਂ ਸੁਕਰਾਤ ਦੇ ਜੀਵਨ ਨੂੰ ਵੇਖੀਏ, ਕਿਉਂਕਿ ਪਿਛਲੀ ਕਲਾਸ ਦੇ ਵਿੱਚ ਆਪਾਂ ਉਸ ਦੇ ਨਿੱਜੀ ਜੀਵਨ ਨੂੰ ਵੀ ਵੇਖਿਆ, ਕਿਸ ਤਰ੍ਹਾਂ ਦਾ ਉਸ ਦਾ ਵਿਅਕਤੀਤਵ ਰਿਹਾ, ਉਸ ਨੂੰ ਲੈ ਕੇ ਵੀ ਆਪਾਂ ਡਿਸਕਸ਼ਨ ਕੀਤੀ। ਅੱਜ ਜੋ ਮੇਨ ਟੌਪਿਕ ਹੈ, ਜੋ ਪੇਪਰ ਦੇ ਨਾਲ ਰਿਲੇਟ ਕਰਦਾ ਹੈ ਸਾਡਾ, जो काफ़ी इंपॉर्टेंट टॉपिक है, वो है सुकरात ਦੀਆਂ ਸਿੱਖਿਆਵਾਂ, ਟੀਚਿੰਗ ਆਫ ਸੋਕਰੇਟਸ। ਵਾਈਟ ਬੋਰਡ ਦੇ ਉੱਤੇ ਪੁਆਇੰਟਸ ਲਿਖੇ ਹੋਏ ਨੇ, ਤੁਸੀਂ ਵੇਖ ਸਕਦੇ ਹੋ। ਜੇਕਰ ਤੁਸੀਂ ਪਿਛਲੀ ਕਲਾਸ ਨਹੀਂ ਦੇਖੀ ਤਾਂ ਉਹ ਦੇਖ ਲੈਣਾ, ਕਿਉਂਕਿ ਉਹ ਸੁਕਰਾਤ ਨੂੰ ਲੈ ਕੇ ਸਾਡੀ ਪਹਿਲੀ ਕਲਾਸ ਸੀ। ਅੱਜ ਦੂਜੀ ਕਲਾਸ ਹੈ ਔਰ ਯੂਨਾਨੀ ਕਾਵਿ ਸ਼ਾਸਤਰ ਦੀ ਇਹ ਤੀਜੀ ਕਲਾਸ ਹੈ, ਕਿਉਂਕਿ ਪਹਿਲੀ ਕਲਾਸ ਦੇ ਵਿੱਚ ਆਪਾਂ ਇੰਟਰੋਡਕਸ਼ਨ ਪਾਰਟ ਕੀਤਾ ਸੀ, ਦੂਜੇ ਦੇ ਵਿੱਚ ਸੁਕਰਾਤ ਦੇ ਜੀਵਨ ਉੱਤੇ ਝਾਤ ਮਾਰੀ ਔਰ ਅੱਜ ਉਸ ਦੀਆਂ ਸਿੱਖਿਆਵਾਂ ਕਰ ਰਹੇ ਹਾਂ। ਜੇਕਰ ਸੁਕਰਾਤ ਨੂੰ ਪੜ੍ਹੀਏ ਜਾਂ ਸਮਝੀਏ ਤਾਂ ਸੁਕਰਾਤ ਨੇ ਕੋਈ ਵੀ ਕਿਤਾਬ ਨਹੀਂ ਲਿਖੀ। ਜਿਵੇਂ ਆਪਾਂ ਮਹਾਤਮਾ ਬੁੱਧ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਵੀ ਆਪਣੇ ਜੀਵਨ ਕਾਲ ਦੇ ਅੰਦਰ ਕੋਈ ਕਿਤਾਬ ਨਹੀਂ ਲਿਖੀ, ਕੋਈ ਉਪਦੇਸ਼ ਨਹੀਂ ਲਿਖੀ। ਲਿਖਤੀ ਜਿਹੜੀ ਰਚਨਾ ਹੈ ਉਹਨਾਂ ਦੀ ਸਾਨੂੰ ਨਹੀਂ ਮਿਲਦੀ, ਪਰ ਜਿਹੜੇ ਬੁੱਧ ਦੇ ਚੇਲੇ ਹੋਏ ਨੇ ਉਹਨਾਂ ਨੇ ਬੁੱਧ ਦੇ ਜੀਵਨ ਕਾਲ ਦੇ ਦੌਰਾਨ ਹੀ ਉਹਨਾਂ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਨੂੰ ਜਿਹੜਾ ਯਾਦ ਕਰ ਲਿਆ ਸੀ ਔਰ ਬਾਅਦ ਦੇ ਵਿੱਚ ਉਹਨਾਂ ਸਿੱਖਿਆਵਾਂ ਨੂੰ ਜਿਹੜਾ ਹੈ ਲਿਖਤੀ ਰੂਪ ਦਿੱਤਾ ਗਿਆ। ਇਸੇ ਤਰ੍ਹਾਂ ਜਦ ਆਪਾਂ ਸੁਕਰਾਤ ਦੀ ਗੱਲ ਕਰਦੇ ਹਾਂ ਤਾਂ ਸੁਕਰਾਤ ਨੂੰ ਜਿਸਨੇ ਵੀ ਲਿਖਿਆ ਉਹਨਾਂ ਨੇ ਆਪਣੇ ਨਜ਼ਰੀਏ ਦੇ ਨਾਲ ਲਿਖਿਆ, ਆਪਣੀ ਸੋਚਣ ਸਮਝਣ ਸ਼ਕਤੀ ਦੇ ਨਾਲ ਲਿਖਿਆ। ਸੁਕਰਾਤ ਨੂੰ ਜਿਵੇਂ ਕੋਈ ਪੜ੍ਹਦਾ, ਜਿਵੇਂ ਕੋਈ ਜਾਣਦਾ, ਉਸ ਨੂੰ ਉਸੇ ਤਰੀਕੇ ਦੇ ਨਾਲ ਉਹ ਡਿਫਾਈਨ ਕਰਦਾ ਹੈ। ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਅਲੱਗ-ਅਲੱਗ ਇਤਿਹਾਸਕਾਰਾਂ ਨੇ, ਫਿਲੋਸਫਰਾਂ ਨੇ ਸੁਕਰਾਤ ਦੇ ਬਾਰੇ ਵਿੱਚ ਲਿਖਿਆ ਹੈ, ਪਰ ਆਪਣੇ ਆਪਣੇ ਨਜ਼ਰੀਏ ਦੇ ਨਾਲ। ਪਰ ਜਿਹੜਾ ਸਾਨੂੰ ਮੇਨ ਸਰੋਤ ਸੁਕਰਾਤ ਦੀਆਂ ਸਿੱਖਿਆਵਾਂ ਦੇ ਬਾਰੇ ਮਿਲਦਾ ਹੈ ਉਹ ਹੈ ਪਲੈਟੋ ਦਾ, ਜਿਸ ਨੂੰ ਆਪਾਂ ਅਗਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ, ਜਿਸ ਨੂੰ ਅਫਲਾਤੂਨ ਵੀ ਕਿਹਾ ਗਿਆ। ਦੋ ਇਹਨਾਂ ਦੇ ਤੁਸੀਂ ਵਾਈਟ ਬੋਰਡ ਦੇ ਉੱਤੇ ਦੇਖ ਸਕਦੇ ਹੋ, ਬਾਕਸ ਦੇ ਵਿੱਚ ਮੈਂ ਦੋ ਨਾਂ ਲਿਖੇ ਹੋਏ ਨੇ, ਇੱਕ ਹੈ ਜ਼ੈਨੋਫੋਨ ਔਰ ਇੱਕ ਹੈ ਪਲੈਟੋ। ਇਹ ਦੋਨੋਂ ਹੀ ਸੁਕਰਾਤ ਦੇ ਸ਼ਰਧਾਲੂ ਹੋਏ ਨੇ, ਸੁਕਰਾਤ ਦੇ ਸ਼ਿਸ਼ਯ ਹੋਏ ਨੇ। ਜ਼ੈਨੋਫੋਨ ਜਿਹੜੇ ਨੇ ਉਹ ਬਹੁਤ ਵੱਡੇ ਇਤਿਹਾਸਕਾਰ ਬਣੇ, ਹਿਸਟੋਰੀਅਨ ਰਹੇ, ਔਰ ਪਲੈਟੋ ਨੇ ਜਿਹੜਾ ਹੈ ਖਾਸ ਤੌਰ 'ਤੇ ਸੁਕਰਾਤ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਲਿਖਤੀ ਰੂਪ ਦਿੱਤਾ ਹੈ। ਜਦ ਆਪਾਂ ਪਲੈਟੋ ਦੀ ਗੱਲ ਕਰਾਂਗੇ ਅਤੇ ਉਸ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਆਪਾਂ ਡਿਸਕਸ ਕਰਾਂਗੇ, ਪਰ ਇੱਥੇ ਸਿਰਫ ਸਾਡੇ ਲਈ ਜਾਣਨਾ ਜ਼ਰੂਰੀ ਹੈ ਕਿ ਪਲੈਟੋ ਨੇ ਜਿਹੜਾ ਹੈ ਲਿਖਤੀ ਰੂਪ ਜਿਹੜੀ ਸੁਕਰਾਤ ਦੀ ਸਿੱਖਿਆਵਾਂ ਨੂੰ ਦਿੱਤਾ ਹੈ, ਜੋ ਉਪਦੇਸ਼ ਉਹਨਾਂ ਨੇ ਦਿੱਤੇ। ਸੁਕਰਾਤ ਨੂੰ ਹਰ ਲੇਖਕ ਨੇ ਆਪਣੇ ਤਰੀਕੇ ਦੇ ਨਾਲ ਡਿਫਾਈਨ ਕੀਤਾ। ਕੁਝ ਲੇਖਕਾਂ ਨੇ ਇਹਨਾਂ ਨੂੰ ਮਾਨਮਤੀ ਜੀਵਨ ਸ਼ੈਲੀ ਹੋਣ ਕਰਕੇ ਇਹਨਾਂ ਨੂੰ ਸਵੈ ਇੱਛਿਤ ਵਿਅਕਤੀ ਕਿਹਾ, ਔਰ ਕੁਝ ਲੇਖਕਾਂ ਨੇ ਕਿਹਾ, ਕੁਝ ਜੋ ਫਿਲੋਸਫਰ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜੀਵਨ ਦੇ ਸੁੱਖਾਂ ਨੂੰ ਤਿਆਗ ਦਿੱਤਾ ਸੀ ਔਰ ਸਾਧਾਰਨ ਜੀਵਨ ਜਿਹੜਾ ਇਹ ਬਤੀਤ ਕਰਦੇ ਸਨ। ਜਦ ਆਪਾਂ ਇਹਨਾਂ ਦੀਆਂ ਸਿੱਖਿਆਵਾਂ ਦੀ ਗੱਲ ਕਰਦੇ ਹਾਂ ਤਾਂ ਸਟਾਰਟਿੰਗ ਦੇ ਵਿੱਚ ਜਦ ਵੇਖਦੇ ਹਾਂ ਇਹਨਾਂ ਨੇ ਜੋ ਹੈ ਉਹ ਰਹੱਸਮਈ ਸ਼ਕਤੀ ਜੋ ਦੁਨੀਆ ਨੂੰ ਚਲਾਉਂਦੀ ਹੈ ਇਸ ਉੱਤੇ ਗੱਲ ਕੀਤੀ, ਕਿਉਂਕਿ ਜਦ ਆਪਾਂ ਭਾਰਤ ਦੀ ਹਿਸਟਰੀ ਨੂੰ ਪੜ੍ਹਦੇ ਹਾਂ ਜਾਂ ਜਦ ਅਲੱਗ-ਅਲੱਗ ਦੁਨੀਆ ਦੀ ਇਤਿਹਾਸ ਨੂੰ ਆਪਾਂ ਜਦ ਸਟੱਡੀ ਕਰਦੇ ਹਾਂ ਤਾਂ ਜਦ ਭਾਰਤ ਦੇ ਵਿੱਚ ਵੇਦਾਂ ਦੀ ਰਚਨਾ ਹੋ ਰਹੀ ਸੀ, ਇਹ ਉਹੀ ਕਾਲ ਸੀ ਜਦ ਭਾਰਤ ਦੇ ਵਿੱਚ ਵੇਦਾਂ ਦੀ ਰਚਨਾ ਹੋ ਰਹੀ ਸੀ। ਮਿਸਰ ਦੇ ਵਿੱਚ ਜਿਹੜੇ ਪੈਰਾਮਿਡ ਉਹ ਉਸਾਰੇ ਜਾ ਰਹੇ ਸਨ। ਉਸ ਸਮੇਂ ਯੂਨਾਨ ਦੇ ਵਿੱਚ ਜਿਹੜਾ ਹੈ ਉਹ ਚਿੰਤਨ ਸ਼ੁਰੂ ਹੋ ਚੁੱਕਿਆ ਸੀ, ਭਾਵ ਕਿ ਯੂਨਾਨ ਦੀ ਧਰਤੀ ਦੇ ਉੱਤੇ, ਜਦ ਭਾਰਤ ਦੀ ਧਰਤੀ ਦੇ ਉੱਤੇ ਵੇਦਾਂ ਸ਼ਾਸਤਰਾਂ ਨੂੰ ਲਿਖਤੀ ਰੂਪ ਦਿੱਤਾ ਜਾ ਰਿਹਾ ਸੀ, ਉਸ ਸਮੇਂ ਯੂਨਾਨ ਦੀ ਧਰਤੀ 'ਤੇ ਦਲੀਲਬਾਜ਼ੀ ਸ਼ੁਰੂ ਹੋ ਚੁੱਕੀ ਸੀ। ਤਰਕਵਾਦੀ ਸੋਚ ਜਿਸ ਨੂੰ ਆਪਾਂ ਕਹਿੰਦੇ ਹਾਂ, ਹਰ ਰੀਜ਼ਨਿੰਗ, ਹਰ ਗੱਲ ਦੇ ਉੱਤੇ ਰੀਜ਼ਨ ਜਿਹੜਾ ਹੈ ਲੱਭਣਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਸੀ, ਔਰ ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਸੁਕਰਾਤ ਨੇ ਹੀ ਕੀਤੀ। ਕਿਉਂਕਿ ਸੁਕਰਾਤ, ਜਦ ਆਪਾਂ ਸੁਕਰਾਤ ਦੇ ਜੀਵਨ ਨੂੰ ਵੇਖਿਆ ਸੀ ਤਾਂ ਵੇਖਿਆ ਸੀ ਕਿ ਉਸ ਸਮੇਂ ਇਹਨਾਂ ਦੇ ਜੋ ਪਿਤਾ ਸੀ ਉਹ ਬੁੱਤ ਤਰਾਸ਼ ਸੀ, ਭਾਵ ਕਿ ਮੂਰਤੀਕਾਰ ਸੀ, ਔਰ ਉਸ ਸਮੇਂ ਬੁੱਤ ਪੂਜਾ ਦਾ ਬਹੁਤ ਜ਼ਿਆਦਾ ਰਿਵਾਜ ਵੀ ਸੀ, ਅੱਜ ਵੀ ਹੈ। ਅੱਜ ਵੀ ਜਦ ਆਪਾਂ ਭਾਰਤ ਦੀ ਧਰਤੀ ਨੂੰ ਵੇਖਦੇ ਹਾਂ ਤਾਂ ਅੱਜ ਵੀ ਜਿਹੜਾ ਹੈ ਮੂਰਤੀ ਪੂਜਾ ਕੀਤੀ ਜਾਂਦੀ ਹੈ। ਬਹੁਤ ਵੱਡੇ ਲੈਵਲ ਉੱਤੇ ਮੂਰਤੀਆਂ ਜਿਹੜੀਆਂ ਨੇ ਉਹਨਾਂ ਨੂੰ ਮਨਾਇਆ ਜਾਂਦਾ ਹੈ, ਮੂਰਤੀਕਾਰ ਬਣਾਉਂਦੇ ਨੇ। ਤਾਂ ਅੱਜ ਵੀ ਜਿਹੜੀ ਬੁੱਤ ਪੂਜਾ ਹੈ ਉਹ ਅੱਜ ਵੀ ਕੀਤੀ ਜਾਂਦੀ ਹੈ ਔਰ ਉਸ ਸਮੇਂ ਯੂਨਾਨ ਦੇ ਅੰਦਰ ਵੀ ਕੀਤੀ ਜਾਂਦੀ ਸੀ। ਪਰ ਸੁਕਰਾਤ ਨੇ ਇਸ ਦੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਜੋ ਉਹਨਾਂ ਦਾ ਦਿਮਾਗ ਸੀ ਉਹ ਇੱਕ ਅਲੱਗ ਹੀ ਚਿੰਤਨ ਦੇ ਵਿੱਚ ਮਗਨ ਸੀ। ਉਹ
ਇਸ ਚੀਜ਼ ਦੇ ਵਿੱਚ ਰੁੱਝੇ ਹੋਏ ਸਨ। ਉਹਨਾਂ ਨੇ ਆਪਣੀ ਸ਼ਕਤੀ ਨੂੰ, ਆਪਣੀ ਸਰੀਰਿਕ ਤੇ ਆਪਣੀ ਦਿਮਾਗੀ ਸ਼ਕਤੀ ਨੂੰ ਇਸ ਚੀਜ਼ ਦੇ ਵਿੱਚ ਲਗਾਇਆ ਕਿ ਆਖਰਕਾਰ ਕੋਈ ਇਹੋ ਜਿਹੀ ਸ਼ਕਤੀ ਹੈ, ਕੋਈ ਇਹੋ ਜਿਹੀ એનર્ਜੀ ਇਸ ਦੁਨੀਆ ਦੇ ਅੰਦਰ ਹੈ ਜੋ ਇਸ ਪੂਰੇ ਬ੍ਰਹਿਮੰਡ ਨੂੰ, ਇਸ ਪੂਰੀ ਦੁਨੀਆ ਨੂੰ ਚਲਾ ਰਹੀ ਹੈ। ਇਹ ਜਿਹੜੀ ਸੋਚ ਹੈ ਇਹ ਸੁਕਰਾਤ ਦੇ ਦਿਮਾਗ ਦੇ ਵਿੱਚ ਉਤਪੰਨ ਹੋਈ ਔਰ ਇਸੇ ਸੋਚ ਨੂੰ ਉਹਨਾਂ ਨੇ ਲੋਕਾਂ ਦੇ ਵਿੱਚ ਵੀ ਫੈਲਾਇਆ ਕਿ ਇੱਕ ਅਲੱਗ ਸ਼ਕਤੀ, ਇੱਕ ਅਲੱਗ એનર્ਜੀ ਜੋ ਹੈ ਉਹ ਇਸ ਪੂਰੀ ਦੁਨੀਆ ਨੂੰ ਚਲਾ ਰਹੀ ਹੈ ਔਰ ਉਹ ਸ਼ਕਤੀ ਇੱਕ ਹੀ ਹੈ। ਉਹਨਾਂ ਨੇ ਇਸ ਦੇ ਨਾਲ ਬਹੁਤ ਸਾਰੇ ਜਿਹੜੇ ਕੁਐਸਚਨ ਨੇ ਉਹ ਵੀ ਅਰਾਈਜ਼ ਕੀਤੇ। ਉਹਨਾਂ ਦੇ ਦਿਮਾਗ ਦੇ ਅੰਦਰ ਬਹੁਤ ਸਾਰੇ ਕੁਐਸਚਨ ਅਰਾਈਜ਼ ਹੋਵੇ ਕਿ ਮਨੁੱਖੀ ਜਨਮ ਕਿਵੇਂ ਹੋਇਆ ਹੈ, ਕਿਸ ਕਰਕੇ ਹੋਇਆ ਹੈ, ਇਸ ਦਾ ਮਨੋਰਥ ਕੀ ਹੈ ਔਰ ਮਨੁੱਖ ਦੀ ਮੌਤ ਦੇ ਪਿੱਛੋਂ ਕੀ ਹੁੰਦਾ ਹੈ। ਐਸੇ ਜਿਹੜੇ ਸਵਾਲ ਸਨ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖੇ ਔਰ ਲੋਕਾਂ ਨੇ ਇਹਨਾਂ ਸਵਾਲਾਂ ਨੂੰ ਜਦ ਜਾਣਿਆ ਔਰ ਇਹਨਾਂ ਸਵਾਲਾਂ ਦੇ ਜਿਹੜੇ ਫਿਰ ਉਹਨਾਂ ਨੇ ਜਿਹੜੇ ਸੋਲਿਊਸ਼ਨ ਨੇ ਉਹ ਲੱਭਣੇ ਸ਼ੁਰੂ ਕੀਤੇ। ਭਾਵ ਕਿ ਜਦ ਆਪਾਂ ਕਿਸੇ ਚੀਜ਼ ਨੂੰ ਸ਼ੁਰੂ ਕਰਨਾ ਹੋਵੇ ਤਾਂ ਇੱਕ ਕਹਿੰਦੇ ਨੇ ਕਿ ਇੱਕ ਚਿੰਗਾਰੀ ਹਰ ਚੀਜ਼ ਨੂੰ ਸਵਾ ਕਰਕੇ ਰੱਖ ਦਿੱਤੀ ਔਰ ਜਿਹੜੀ ਉਹ ਸਵਾ ਕਰਕੇ ਰੱਖ ਦਿੰਦੀ ਹੈ, ਇੱਕ ਚਿੰਗਾਰੀ ਹੀ ਬਹੁਤ ਹੁੰਦੀ ਹੈ ਬਹੁਤ ਵੱਡੀ ਅੱਗ ਨੂੰ ਭੜਕਾਉਣ ਦੇ ਲਈ। ਬਸ ਸਮਝ ਲਓ ਕਿ ਸੁਕਰਾਤ ਉਹ ਇੱਕ ਐਸੀ ਚਿੰਗਾਰੀ ਬਣ ਕੇ ਆਏ ਜਿਨ੍ਹਾਂ ਨੇ ਲੋਕਾਂ ਦੇ ਮਨਾਂ ਦੇ ਅੰਦਰ, ਲੋਕਾਂ ਦੇ ਦਿਮਾਗਾਂ ਦੇ ਅੰਦਰ ਤਰਕਵਾਦੀ ਸੋਚ ਨੂੰ ਜਨਮ ਦਿੱਤਾ। ਉਹਨਾਂ ਨੇ ਲੋਕਾਂ ਨੂੰ ਸੋਚਣ ਉੱਤੇ ਮਜਬੂਰ ਕਰ ਦਿੱਤਾ ਕਿ ਲੋਕ ਇਸ ਗੱਲ ਉੱਤੇ ਸੋਚਣ ਕਿ ਇਸ ਸਾਰੀ ਸ੍ਰਿਸ਼ਟੀ ਨੂੰ ਚਲਾ ਕੌਣ ਰਿਹਾ ਹੈ, ਸਾਡਾ ਜੀਵਨ ਕੀ ਹੈ, ਅਸੀਂ ਜੀਵਨ ਦੇ ਵਿੱਚ ਕਿਉਂ ਆਏ ਹਾਂ, ਸਾਡਾ ਏਮ ਆਫ ਲਾਈਫ ਕੀ ਹੈ, ਅਸਲ ਏਮ ਆਫ ਲਾਈਫ, ਉਹ ਏਮ ਆਫ ਲਾਈਫ ਨਹੀਂ ਜੋ ਕਿ ਅੱਜ ਸਾਡੇ ਸਾਰਿਆਂ ਦਾ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ ਬਣਿਆ ਹੋਇਆ, ਬਲਕਿ ਸਾਡੇ ਮਨੁੱਖੀ ਜੀਵਨ ਦਾ ਏਮ ਆਫ ਲਾਈਫ ਕੀ ਹੈ, ਅਸੀਂ ਕਿਉਂ ਇਸ ਸੰਸਾਰ ਦੇ ਅੰਦਰ ਆਏ ਹਾਂ। ਤਾਂ ਇਹ ਸੀ ਪਹਿਲੀ ਸਿੱਖਿਆ ਕਿ ਰਹੱਸਮਈ ਕੋਈ ਐਸੀ ਸ਼ਕਤੀ ਹੈ ਜੋ ਪੂਰੀ ਦੁਨੀਆ ਨੂੰ ਚਲਾ ਰਹੀ ਹੈ। ਹੁਣ ਦੂਜਾ ਜਦ ਆਪਾਂ ਉਹਨਾਂ ਦੇ ਵੇਖਦੇ ਹਾਂ ਤਾਂ ਉਹਨਾਂ ਨੇ ਧਾਰਮਿਕ ਅਤੇ ਸੱਤਾਧਾਰੀ ਲੋਕਾਂ ਦੀ ਆਲੋਚਨਾ ਕੀਤੀ। ਇਹ ਤਾਂ ਸੁਭਾਵਿਕ ਹੀ ਸੀ ਕਿਉਂਕਿ ਜਦ ਤੁਸੀਂ ਕਿਸੇ ਕੁਐਸਚਨ ਨੂੰ ਅਰਾਈਜ਼ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਬਹੁਤ ਸਾਰਾ ਕ੍ਰਿਟਿਸਿਜ਼ਮ ਵੀ ਤੁਹਾਨੂੰ ਫੇਸ ਕਰਨਾ ਪੈਂਦਾ ਹੈ। ਸਭ ਤੋਂ ਪਹਿਲੇ ਕ੍ਰਿਟਿਸਿਜ਼ਮ ਸ਼ੁਰੂ ਹੀ ਧਰਮ ਦੀ ਦੁਨੀਆ ਨਾਲੋਂ ਹੁੰਦਾ ਹੈ ਕਿਉਂਕਿ ਜਦ ਤੁਸੀਂ ਧਰਮ ਨੂੰ ਵੇਖਦੇ ਹਾਂ ਤਾਂ ਧਰਮ ਦੇ ਵਿੱਚ ਹੀ ਬਹੁਤ ਸਾਰੇ ਪਹਿਲੂ ਐਸੇ ਨੇ ਜੋ ਸੱਚ ਨੂੰ ਉਜਾਗਰ ਨਹੀਂ ਹੋਣ ਦਿੰਦੇ, ਭਾਵੇਂ ਉਹ ਧਾਰਮਿਕ ਆਗੂ ਹੋਣ ਜਾਂ ਹੋਰ ਕੋਈ ਰੂੜ ਰੀਤੀਆਂ ਜਿਹੜੀਆਂ ਉਹ ਹੋਵਣ। ਹੁਣ ਧਰਮ ਦੇ ਨਾਂ ਦੇ ਉੱਤੇ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਕਿਉਂਕਿ ਸ਼ੁਰੂਆਤ ਜੋ ਗੁੰਮਰਾਹ ਹੋਣ ਦੀ ਹੁੰਦੀ ਹੈ ਉਹ ਧਰਮ ਤੋਂ ਹੀ ਹੁੰਦੀ ਹੈ। ਅੱਜ ਵੀ ਬੇਸ਼ੱਕ ਅੱਜ ਸਮਾਂ ਇਸ ਸੁਕਰਾਤ ਦੇ ਜੀਵਨ ਨੂੰ ਲੈ ਕੇ ਜਾਂ ਹੁਣ ਤੱਕ ਦੇ ਸਮੇਂ ਨੂੰ ਵੇਖੀਏ ਤਾਂ ਬਹੁਤ ਲੰਬਾ ਸਮਾਂ ਹੈ, ਪਰ ਚੀਜ਼ਾਂ ਅੱਜ ਵੀ ਉੱਥੇ ਦੀ ਉੱਥੇ ਹੀ ਖੜੀਆਂ ਨੇ। ਅੱਜ ਵੀ ਰੂੜੀਵਾਦੀ ਸੋਚ ਆਪਾਂ ਸਮਾਜ ਦੇ ਅੰਦਰ ਵੇਖਦੇ ਹਾਂ ਔਰ ਅੱਜ ਵੀ ਆਪਾਂ ਵੇਖਦੇ ਹਾਂ ਕਿ ਜਿਹੜਾ ਧਰਮ ਹੈ ਉਸ ਨੂੰ ਮੇਨ ਮੁੱਦਾ ਬਣਾਇਆ ਜਾਂਦਾ ਹੈ। ਔਰ ਉਸ ਸਮੇਂ ਸੁਕਰਾਤ ਨੇ ਧਾਰਮਿਕ ਅਤੇ ਸੱਤਾਧਾਰੀ ਲੋਕਾਂ ਦੀ ਆਲੋਚਨਾ ਕੀਤੀ ਕਿਉਂਕਿ ਇਹ ਦੋਨੋਂ ਆਪਸ ਦੇ ਵਿੱਚ ਮਿਲ ਕੇ ਲੋਕਾਂ ਦਾ ਘਾਣ ਕਰ ਰਹੇ ਸਨ। ਕਿਉਂਕਿ ਜਦ ਆਪਾਂ ਇਸੇ ਚੀਜ਼ ਨੂੰ ਸਮਝਣ ਲਈ ਤੁਹਾਡੇ ਲਈ ਆਸਾਨ ਹੋ ਜਾਵੇਗਾ ਕਿਉਂਕਿ ਜਦ ਆਪਾਂ ਇਸੇ ਚੀਜ਼ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੇ ਨਾਲ ਵੇਖਦੇ ਹਾਂ ਤਾਂ ਉਸ ਸਮੇਂ ਵੀ ਇਹ ਦੋਨੋਂ ਹੀ ਚੀਜ਼ਾਂ ਸਨ, ਧਾਰਮਿਕ ਆਗੂ ਔਰ ਸੱਤਾਧਾਰੀ ਆਗੂ, ਇਹ ਦੋਨੋਂ ਹੀ ਮਿਲ ਕੇ ਸਮਾਜ ਦਾ, ਲੋਕਾਂ ਦਾ ਘਾਣ ਕਰ ਰਹੇ ਸਨ। ਔਰ ਇਸ ਘਾਣ ਗੁਰੂ ਨਾਨਕ ਦੇ ਸਮੇਂ ਨਹੀਂ ਸ਼ੁਰੂ ਹੋਇਆ ਬਲਕਿ ਬਹੁਤ ਪੁਰਾਣੇ ਸਮੇਂ ਤੋਂ ਇਹ ਚੀਜ਼ਾਂ ਸਮਾਜ ਦੇ ਅੰਦਰ ਵਾਪਰਨੀਆਂ ਸ਼ੁਰੂ ਹੋ ਚੁੱਕੀਆਂ ਸਨ। ਤਾਂ ਜਦ ਆਪਾਂ ਧਾਰਮਿਕ ਪੱਧਰ ਉੱਤੇ ਦੇਖਦੇ ਹਾਂ ਤਾਂ ਧਾਰਮਿਕ ਪੱਧਰ ਉੱਤੇ ਕੀ ਸੀ, ਇੱਕ ਐਗਜ਼ਾਮਪਲ ਵਜੋਂ ਮੈਂ ਆਪ ਜੀ ਨੂੰ ਸਮਝਾ ਦੇਵਾਂ ਕਿ ਧਾਰਮਿਕ ਕੀ ਸੀ। ਧਾਰਮਿਕ ਜਦ ਆਪਾਂ ਫਲਸਫੇ ਦੀ ਗੱਲ ਕਰਦੇ ਹਾਂ ਕਿ ਕਿਉਂ ਧਰਮ ਦੇ ਨਾਂ ਉੱਤੇ ਜਾਂ ਧਾਰਮਿਕ ਲੋਕਾਂ ਉੱਤੇ ਸੁਕਰਾਤ ਨੇ ਹਮਲਾ ਕੀਤਾ, ਉਸ ਦਾ ਮੇਨ ਕਾਰਨ ਸੀ ਕਿ ਇੱਥੇ ਜਿਹੜੇ ਲੋਕ ਸਨ, ਧਾਰਮਿਕ ਜੋ ਲੋਕ ਸਨ, ਉਹ ਧਰਮ ਨੂੰ ਇੱਕ ਹਥਿਆਰ ਬਣਾ ਕੇ ਲੋਕਾਂ ਦਾ ਘਾਣ ਕਰ ਰਹੇ ਸਨ। ਕਿਉਂਕਿ ਜਦ ਆਪਾਂ ਸਮਾਜ ਦੀ ਬਣਤਰ ਨੂੰ ਵੇਖਦੇ ਹਾਂ, ਜਿਨ੍ਹਾਂ ਬੱਚਿਆਂ ਨੇ ਸੋਸ਼ੀਓਲੋਜੀ ਨੂੰ ਪੜ੍ਹਿਆ ਹੋਵੇ ਜਾਂ ਸੁਸਾਇਟੀ ਦੇ ਬਾਰੇ ਪੜ੍ਹਿਆ ਹੋਵੇ, ਔਰ ਸੋਸ਼ੀਓਲੋਜੀ ਦੇ ਅੰਦਰ ਇੱਕ ਡਿਵਾਈਨ ਥਿਊਰੀ ਜਿਹੜੀ ਹੈ ਉਹ ਡਿਸਕਸ ਕੀਤੀ ਜਾਂਦੀ ਹੈ। ਡਿਵਾਈਨ ਥਿਊਰੀ ਤੋਂ ਭਾਵ ਹੈ ਕਿ ਜਦ ਇਹ ਸਮਾਜ ਬਣਿਆ, ਇਸ ਸਮਾਜ ਨੂੰ ਬਣਾਇਆ ਕਿਸ ਨੇ। ਇਹ ਸਭ ਤੋਂ ਪਹਿਲੀ ਥਿਊਰੀ ਹੈ ਜਿਸ ਨੂੰ ਆਪਾਂ ਏਸ਼ੀਅੰਟ ਥਿਊਰੀ ਵੀ ਆਖਦੇ ਹਾਂ, ਸਮਾਜ ਦੀ ਏਸ਼ੀਅੰਟ ਥਿਊਰੀ ਆਫ ਸੋਸ਼ੀਓਲੋਜੀ ਜਿਸ ਨੂੰ ਆਪਾਂ ਆਖਦੇ ਹਾਂ। ਤਾਂ ਉੱਥੇ ਇਹ ਕਿਹਾ ਜਾਂਦਾ ਸੀ ਕਿ ਡਿਵਾਈਨ ਥਿਊਰੀ ਹੈ ਕਿ ਪਰਮਾਤਮਾ ਨੇ ਇੱਕ ਰਾਜੇ ਨੂੰ ਸਮਾਜ ਦੇ ਅੰਦਰ ਭੇਜਿਆ ਹੈ ਔਰ ਜਿਹੜਾ ਰਾਜਾ ਹੈ,
ਰਾਜਾ ਜਿਹੜਾ ਹੈ ਉਹ ਗੋਡ ਦਾ ਰਿਪਰੈਜ਼ੈਂਟੇਟਿਵ ਹੈ, ਭਾਵ ਕਿ ਰਾਜਾ ਹੀ ਜਿਹੜਾ ਹੈ ਉਹ ਪਰਮਾਤਮਾ ਹੈ। ਔਰ ਰਾਜਾ ਜਿਹੜਾ ਸੀ ਉਹ ਫਿਰ ਕੀ ਕਰਦਾ ਸੀ, ਰਾਜਾ ਪਰਮਾਤਮਾ ਦੇ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਦਾ ਸੀ, ਔਰ ਸਾਰੇ ਜਿਹੜੇ ਲੋਕ ਸਨ ਉਹ ਰਾਜੇ ਨੂੰ ਆਪਣਾ ਪਰਮਾਤਮਾ ਮੰਨਦੇ ਸਨ। ਜਦ ਉਸ ਰਾਜੇ ਨੂੰ ਆਪਣਾ ਪਰਮਾਤਮਾ ਮੰਨਦੇ ਸਨ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੇ ਨੇ ਉਸ ਰਾਜੇ ਦੇ ਮੁਤਾਬਿਕ ਹੀ ਕਰਦੇ ਸਨ, ਉਸ ਨੂੰ ਪੂਜਦੇ ਵੀ ਸਨ, ਜੋ ਉਹ ਆਖਦਾ ਸੀ ਉਸ ਦੇ ਮੁਤਾਬਿਕ ਉਹ ਸਾਰੀਆਂ ਚੀਜ਼ਾਂ ਕਰਦੇ ਸਨ। ਭਾਵ ਕਿ ਰਾਜਾ ਜਿਹੜਾ ਹੈ ਇੱਕ ਬਹੁਤ ਵੱਡੀ ਸ਼ਕਤੀ ਜਿਹੜਾ ਹੈ ਉਹ ਮੰਨਿਆ ਜਾਂਦਾ ਸੀ। ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿਆਂ, ਕਿਉਂਕਿ ਇਹ ਸੁਕਰਾਤ ਤੋਂ ਬਾਅਦ ਦੀ ਐਗਜ਼ਾਮਪਲ ਹੈ ਭਾਵੇਂ, ਪਰ ਸਮਝਣ ਦੇ ਲਈ ਸਾਡੇ ਲਈ ਜ਼ਰੂਰੀ ਹੋਵੇਗਾ। ਇੱਕ ਨੀਰੋ ਨਾਮ ਦਾ ਜਿਹੜਾ ਰਾਜਾ ਹੋਇਆ ਜੋ ਰੋਮ ਦੇ ਅੰਦਰ ਹੋਇਆ, ਬਹੁਤ ਸਾਰੇ ਨੇ ਹਿਸਟਰੀ ਦੇ ਵਿੱਚ ਇਸ ਨੂੰ ਪੜ੍ਹਿਆ ਵੀ ਹੋਣਾ। ਨੀਰੋ ਇੱਕ ਰਾਜਾ ਸੀ ਜੋ ਰੋਮ ਦੀ ਧਰਤੀ ਦੇ ਉੱਤੇ ਪੈਦਾ ਹੋਇਆ, ਔਰ ਇਸ ਰਾਜੇ ਨੇ, ਇਸ ਬਾਦਸ਼ਾਹ ਨੇ ਜਨਤਾ ਨੂੰ ਕਿਹਾ ਕਿ ਮੈਂ ਰੱਬ ਹਾਂ, ਮੇਰੀ ਪੂਜਾ ਕਰੋ। ਔਰ ਰੱਬ ਦੇ ਹੋਣ ਦੇ ਨਾਤੇ ਜਨਤਾ ਉੱਪਰ ਬਹੁਤ ਜ਼ਿਆਦਾ ਜ਼ੁਲਮ ਵੀ ਕਰਦਾ ਸੀ। ਪਰ ਜਦ ਉਹ ਮਰ ਗਿਆ ਤਾਂ ਲੋਕ ਬਹੁਤ ਹੈਰਾਨ ਹੋਏ ਕਿ ਰੱਬ ਮਰ ਗਿਆ, ਕਿਉਂਕਿ ਉਹ ਉਸਨੂੰ ਰੱਬ ਵਜੋਂ ਪੂਜਦੇ ਸਨ। ਉਹ ਸਮਝਦੇ ਸਨ ਕਿ ਨੀਰੋ ਜਿਹੜਾ ਹੈ ਉਹ ਰੱਬ ਹੈ। ਤੇ ਜਦ ਉਹ ਮਰਿਆ ਤੇ ਉਸ ਤੋਂ ਬਾਅਦ ਜਦ ਉਸਨੂੰ ਦਫਨਾਇਆ ਗਿਆ ਤਾਂ ਉਸ ਸਮੇਂ ਉਸ ਦੀਆਂ ਜਿੰਨੀਆਂ ਵੀ ਰਾਣੀਆਂ ਸਨ ਜਾਂ ਉਸ ਦੇ ਜਿਹੜੇ ਗੁਲਾਮ ਸਨ, ਉਹਨਾਂ ਜਾਂ ਉਸ ਦਾ ਜਿਹੜਾ ਸਮਾਨ ਸੀ, ਜੋ ਵੀ ਸਮਾਨ, ਜੋ ਸਾਜੋ ਸਮਾਜ, ਉਸ ਦਾ ਖਜ਼ਾਨਾ, ਜੋ ਕੁਛ ਵੀ ਸੀ, ਸਾਰੀਆਂ ਚੀਜ਼ਾਂ ਨੂੰ ਉਸ ਦੇ ਨਾਲ ਦਫਨ ਕੀਤਾ ਗਿਆ। ਈਵਨ ਕਿ ਉਸ ਦੀਆਂ ਜਿੰਦਾ ਰਾਣੀਆਂ ਔਰ ਉਸ ਦੇ ਗੁਲਾਮਾਂ ਨੂੰ ਵੀ ਉਸ ਦੇ ਨਾਲ ਦਫਨ ਕੀਤਾ ਗਿਆ, ਕਿਉਂਕਿ ਉਹ ਸਾਰੇ ਉਸਨੂੰ ਆਪਣਾ ਰੱਬ ਸਮਝਦੇ ਸਨ। ਤਾਂ ਸੁਕਰਾਤ ਦਾ ਜੋ ਮੇਨ ਪੁਆਇੰਟ ਸੀ, ਉਸਨੇ ਕਿਹਾ ਕਿ ਧਰਮ ਜਿਹੜਾ ਹੈ, ਧਰਮ ਬੇਸਿਕਲੀ ਉਹ ਹੈ ਜੋ ਸਾਡੀ ਐਕਸ਼ਨਸ ਦੇ ਵਿੱਚ ਜਿਹੜਾ ਹੈ ਨਜ਼ਰ ਆਉਂਦਾ ਹੈ। ਉਸਨੇ ਧਾਰਮਿਕ, ਜੋ ਆਪਣੇ ਆਪ ਨੂੰ ਧਾਰਮਿਕ ਲੋਕ ਅਖਵਾਉਂਦੇ ਸਨ, ਉਹਨਾਂ ਦੇ ਉੱਤੇ ਸੱਟ ਮਾਰੀ ਕਿ ਜੋ ਰੂਹ ਰੀਤੀਆਂ ਤੁਸੀਂ ਸਮਾਜ ਦੇ ਅੰਦਰ ਫੈਲੀਆਂ ਹੋਈਆਂ ਨੇ, ਜੋ ਪਾਈਆਂ ਹੋਈਆਂ ਨੇ, ਉਹ ਬੇਸਿਕਲੀ ਉਹ ਅਸਲ ਧਰਮ ਨਹੀਂ ਹੈ। ਧਰਮ ਉਹ ਹੈ ਜਿੱਥੇ ਸਾਨੂੰ ਮਨੁੱਖੀ ਕਦਰਾਂ ਕੀਮਤਾਂ ਦੀ ਪਹਿਚਾਣ ਹੁੰਦੀ ਹੈ। ਦੂਜੇ ਪਾਸੇ ਉਸਨੇ ਸੱਤਾਧਾਰੀ ਲੋਕਾਂ ਦੀ ਵੀ ਆਲੋਚਨਾ ਕੀਤੀ, ਕਿਉਂਕਿ ਅਗਲੇ ਪੁਆਇੰਟ ਦੇ ਵਿੱਚ ਵੀ ਆਪਾਂ ਇਹ ਡਿਸਕਸ ਕਰਾਂਗੇ। ਕਿਉਂਕਿ ਉਸਨੇ ਕਿਹਾ ਕਿ ਰਾਜਾ ਜਿਹੜਾ ਹੈ, ਰਾਜਾ ਬੇਸਿਕਲੀ ਉਹ ਹੋਣਾ ਚਾਹੀਦਾ ਹੈ ਜਿਸ ਦੇ ਅੰਦਰ ਗਿਆਨ ਹੋਵੇ, ਜਿਸ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਕਿਵੇਂ ਪ੍ਰਜਾ ਨੂੰ ਚਲਾਉਣਾ ਹੈ, ਪ੍ਰਜਾ ਦੇ ਹਿੱਤ ਕਿਹੜੇ ਨੇ, ਸਾਰੀਆਂ ਚੀਜ਼ਾਂ ਨੂੰ, ਪ੍ਰਜਾ ਦੇ ਹਿੱਤਾਂ ਦੀ ਗੱਲ ਕਰੇ, ਪ੍ਰਜਾ ਦੇ ਨਾਲ ਉਸਦਾ ਪ੍ਰੇਮ ਹੋਵੇ, ਸਾਰੀਆਂ ਚੀਜ਼ਾਂ ਉਸਦੇ ਨਾਲ ਹੋਵਣ, ਉਹੀ ਅਸਲ ਰਾਜਾ ਹੈ। ਕਿਉਂਕਿ ਜਦ ਆਪਾਂ ਅਗਲੀ ਸਿੱਖਿਆ ਸੁਕਰਾਤ ਦੀ ਪੜਾਂਗੇ ਤਾਂ ਉਸ ਦੇ ਵਿੱਚ ਸਾਨੂੰ ਇਹ ਚੀਜ਼ ਕੰਪਲੀਟਲੀ ਕਲੀਅਰ ਹੋ ਜਾਵੇਗੀ ਕਿ ਉਸਨੇ ਸੱਤਾਧਾਰੀ ਲੋਕਾਂ ਦੀ ਆਲੋਚਨਾ ਕਿਉਂ ਕੀਤੀ। ਤਾਂ ਇਹ ਸੀ ਤੁਹਾਡੀ ਦੂਜੀ ਸਿੱਖਿਆ ਕਿ ਧਾਰਮਿਕ ਅਤੇ ਸੱਤਾਧਾਰੀ ਲੋਕਾਂ ਦੇ ਉੱਤੇ ਉਸਨੇ ਹਮਲਾ ਕੀਤਾ, ਉਸਨੇ ਉਹਨਾਂ ਦੀ ਆਲੋਚਨਾ ਕੀਤੀ। ਅਗਲੀ ਜੋ ਉਸ ਦੀ ਸਿੱਖਿਆ ਰਹੀ ਉਹ ਸੀ ਗਿਆਨ ਦੇ ਦੋ ਰੂਪ ਹਨ, ਕਿਉਂਕਿ ਗਿਆਨ ਨੂੰ ਉਸਨੇ ਬਹੁਤ ਵੱਡਾ ਹਥਿਆਰ ਮੰਨਿਆ। ਉਸ ਦੇ ਮੁਤਾਬਿਕ ਗਿਆਨ ਹੀ ਹੈ ਜੋ ਸਾਰੀਆਂ ਚੀਜ਼ਾਂ ਦਾ ਹੱਲ ਹੈ। ਜੇਕਰ ਇਨਸਾਨ ਗਿਆਨਵਾਨ ਹੋ ਜਾਏ ਤਾਂ ਉਹ ਫਿਰ ਤਰਕਸ਼ੀਲ ਵੀ ਹੋ ਜਾਵੇਗਾ, ਉਹ ਫਿਰ ਹਰ ਚੀਜ਼ ਦੇ ਵਿੱਚ ਤਰਕ ਨੂੰ ਲੱਭੇਗਾ, ਦਲੀਲਬਾਜ਼ੀ ਸੋਚ ਜਿਹੜੀ ਹੈ ਉਸ ਦੇ ਅੰਦਰ ਆ ਜਾਵੇਗੀ। ਹੁਣ ਉਸਨੇ ਕਿਹਾ ਕਿ ਗਿਆਨ ਦੇ ਦੋ ਰੂਪ ਨੇ। ਅਕਸਰ ਕਿਤਾਬਾਂ ਦੇ ਅੰਦਰ ਵੀ ਜਦ ਆਪਾਂ ਨੌਲੇਜ ਨੂੰ ਸਟੱਡੀ ਕਰਦੇ ਹਾਂ, ਇੰਟੈਲੀਜੈਂਸ ਨੂੰ ਸਟੱਡੀ ਕਰਦੇ ਹਾਂ, ਤਾਂ ਇਹ ਚੀਜ਼ਾਂ ਅਕਸਰ ਸਾਨੂੰ ਦਿਖਾਈ ਦਿੰਦੀਆਂ ਨੇ। ਸੁਕਰਾਤ ਤੋਂ ਬਾਅਦ ਬਹੁਤ ਸਾਰੇ ਜਿਹੜੇ ਫਿਲੋਸਫਰ ਹੋਏ ਜਾਂ ਜਿਹੜੇ ਸੋਸ਼ੋਲੋਜਿਸਟ ਹੋਏ, ਉਹਨਾਂ ਨੇ ਇਸ ਚੀਜ਼ ਨੂੰ ਇੰਪੋਰਟੈਂਸ ਦਿੱਤੀ ਕਿ ਦੋ ਤਰ੍ਹਾਂ ਦਾ ਗਿਆਨ ਹੈ। ਮਨੁੱਖ ਜਿਹੜਾ ਹੈ ਉਹ ਦੋ ਤਰ੍ਹਾਂ ਦੇ ਨਾਲ ਗਿਆਨ ਜਿਹੜਾ ਹੈ ਉਹ ਹਾਸਿਲ ਕਰਦਾ ਹੈ। ਇੱਕ ਗਿਆਨ ਹੈ ਬਾਹਰੀ ਔਰ ਦੂਜਾ ਹੈ ਅੰਦਰੂਨੀ, ਜਿਸ ਨੂੰ ਐਕਸਟੀਰੀਅਰ ਕਿਹਾ ਗਿਆ ਔਰ ਅੰਦਰੂਨੀ ਨੂੰ ਇੰਟੀਰੀਅਰ ਕਿਹਾ ਗਿਆ। ਹੁਣ ਸੁਕਰਾਤ ਨੇ ਕਿਹਾ ਕਿ ਕਿਉਂਕਿ ਸੁਕਰਾਤ ਨੇ ਜਿਹੜਾ ਜ਼ਿਆਦਾ ਬਲ ਹੈ ਉਹ ਅੰਦਰੂਨੀ ਗਿਆਨ ਉੱਤੇ ਦਿੱਤਾ ਹੈ, ਕਿਉਂਕਿ ਅੰਦਰੂਨੀ ਗਿਆਨ ਦੇ ਨਾਲ ਹੀ ਤਰਕਵਾਦੀ ਸੋਚ ਜਿਹੜੀ ਹੈ ਉਹ ਜਨਮ ਲੈਂਦੀ ਹੈ। ਬਾਹਰੀ ਗਿਆਨ ਦੇ ਨਾਲ ਤਰਕਵਾਦੀ ਸੋਚ ਉਤਪੰਨ ਨਹੀਂ ਹੁੰਦੀ, ਜਦ ਕਿ ਤਰਕਸ਼ੀਲ ਇਨਸਾਨ ਤਦ ਹੀ ਹੁੰਦਾ ਹੈ ਜੇਕਰ ਉਹ ਅੰਦਰੂਨੀ ਤੌਰ 'ਤੇ ਗਿਆਨਵਾਨ ਹੈ। ਹੁਣ ਬਾਹਰੀ ਗਿਆਨ ਕੀ ਸੀ? ਬਾਹਰੀ ਗਿਆਨ ਉਸ ਦੇ ਮੁਤਾਬਿਕ ਅਸਪਸ਼ਟ ਸੀ ਔਰ ਉਹ ਸ਼ੰਕੀ ਗਿਆਨ ਸੀ, ਭਾਵ ਕਿ ਉਹ ਗਿਆਨ ਜੋ ਆਪਣੇ ਆਪ ਦੇ ਵਿੱਚ ਅਸਪਸ਼ਟ ਹੈ ਔਰ ਸ਼ੰਕੀ ਹੈ, ਜਿਸ ਦੇ ਵਿੱਚ ਕੋਈ ਨਾ ਕੋਈ ਡਾਊਟਨੈਸ ਸਾਨੂੰ
ਮਿਲਦੀ ਹੈ, ਭਾਵ ਕਿ ਉਹ ਸੰਪੂਰਨ ਤੌਰ 'ਤੇ ਜਿਹੜਾ ਇੱਕ ਕੰਪਲੀਟ ਗਿਆਨ ਜਿਹੜਾ ਐਕਸਟੀਰੀਅਰ ਗਿਆਨ ਹੁੰਦਾ ਹੈ ਉਹ ਕੰਪਲੀਟ ਗਿਆਨ ਨਹੀਂ ਹੁੰਦਾ, ਕੰਪਲੀਟ ਨੌਲੇਜ ਨਹੀਂ ਹੁੰਦਾ। ਪਰ ਜਦ ਆਪਾਂ ਇੰਟੀਰੀਅਰ ਗਿਆਨ ਦੀ ਗੱਲ ਕਰਦੇ ਹਾਂ, ਅੰਦਰੂਨੀ ਤੌਰ 'ਤੇ ਜਦ ਇਨਸਾਨ ਨੂੰ ਗਿਆਨ ਆਉਂਦਾ ਹੈ ਤਾਂ ਉਹ ਇੱਕ ਐਸਾ ਗਿਆਨ ਹੈ ਜੋ ਕਿ ਸਾਡੀ ਅੰਨੀ ਸ਼ਰਧਾ ਔਰ ਸਾਡੇ ਅੰਦਰ ਜਿਹੜਾ ਅੰਧ ਵਿਸ਼ਵਾਸ ਹੁੰਦਾ ਹੈ ਉਸ ਦੇ ਉੱਤੇ ਆਧਾਰਿਤ ਨਹੀਂ ਹੁੰਦਾ। ਪਰ ਜਦ ਆਪਾਂ ਐਕਸਟੀਰੀਅਰ ਗਿਆਨ ਦੀ ਗੱਲ ਕਰਦੇ ਹਾਂ, ਕਿਉਂਕਿ ਐਕਸਟੀਰੀਅਰ ਨੌਲੇਜ ਜਿਹੜੀ ਹੈ, ਐਕਸਟੀਰੀਅਰ ਗਿਆਨ ਜਿਹੜਾ ਹੈ ਉਹ ਆਪਾਂ ਸੈਂਸਿਸ ਦੇ ਦੁਆਰਾ, ਜੋ ਸਾਡੀਆਂ ਸੈਂਸਿਸ ਨੇ, ਜੋ ਸਾਡੇ 5 ਸੈਂਸ ਔਰਗਨਸ ਨੇ, ਉਹਨਾਂ ਦੇ ਦੁਆਰਾ ਜੋ ਆਪਾਂ ਗਿਆਨ ਹਾਸਲ ਕਰਦੇ ਹਾਂ ਉਸਨੂੰ ਐਕਸਟੀਰੀਅਰ ਗਿਆਨ ਕਿਹਾ ਗਿਆ ਹੈ। ਕਿਉਂਕਿ ਬਹੁਤ ਵਿਸ਼ਾਲ ਵਿਸ਼ਾ ਹੈ ਇਹ ਸੁਕਰਾਤ ਦਾ, ਜਿਸ ਨੂੰ ਅਲੱਗ-ਅਲੱਗ ਕਿਤਾਬਾਂ ਦੇ ਵਿੱਚ ਬੜੀ ਹੀ ਜੋ ਕਠਿਨ ਭਾਸ਼ਾ ਦੇ ਵਿੱਚ ਇਸ ਨੂੰ ਐਕਸਪਲੇਨ ਕੀਤਾ ਗਿਆ ਹੈ। ਜਦ ਤੁਸੀਂ ਇਸ ਸਿੱਖਿਆ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਕਿਉਂਕਿ ਮੈਨੂੰ ਸਭ ਤੋਂ ਜ਼ਿਆਦਾ ਟਾਈਮ ਹੀ ਇਸ ਉੱਤੇ ਲੱਗਿਆ ਬਾਹਰੀ ਔਰ ਐਕਸਟੀਰੀਅਰ ਗਿਆਨ ਨੂੰ ਸਮਝਣ ਦੇ ਵਿੱਚ ਕਿ ਕਿਸ ਤਰ੍ਹਾਂ ਉਸਨੇ ਇਹਨਾਂ ਚੀਜ਼ਾਂ ਨੂੰ ਐਕਸਪਲੇਨ ਕੀਤਾ ਹੈ। ਤਾਂ ਬਹੁਤ ਹੀ ਸਰਲ, ਮੈਂ ਸੋਚਿਆ ਕਿ ਬਹੁਤ ਹੀ ਸਰਲ ਭਾਸ਼ਾ ਦੇ ਨਾਲ ਤੁਹਾਡੇ ਨਾਲ ਡਿਸਕਸ ਕਰਾਂ, ਕਿਉਂਕਿ ਜ਼ਿਆਦਾ ਕਠਿਨਾਈ ਦੇ ਵਿੱਚ ਜਾਂ ਜ਼ਿਆਦਾ ਜਿਹੜੀ ਟਫ ਲੈਂਗੁਏਜ ਉਸ ਦੇ ਵਿੱਚ ਜਦ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਉਸ ਦੇ ਵਿੱਚ ਸਮਾਂ ਤਾਂ ਲੱਗੇਗਾ ਹੀ, ਨਾਲੇ ਸਮਝ ਵੀ ਬਹੁਤ ਘੱਟ ਚੀਜ਼ਾਂ ਪੈਂਦੀਆਂ ਨੇ। ਤਾਂ ਮੈਂ ਇੱਥੇ 2 ਐਗਜ਼ਾਮਪਲਾਂ ਜਿਹੜੀ ਸਿਰਫ ਸਮਝਣ ਮਾਤਰ ਨੇ, ਸਮਝਣ ਦੇ ਲਈ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ ਕਿ ਆਪਾਂ ਐਕਸਟੀਰੀਅਰ ਔਰ ਇੰਟੀਰੀਅਰ ਗਿਆਨ ਨੂੰ ਕਿਵੇਂ ਸਮਝਣਾ ਹੈ, ਬਾਹਰੀ ਅਤੇ ਅੰਦਰੂਨੀ ਗਿਆਨ ਨੂੰ ਕਿਵੇਂ ਸਮਝਣਾ ਹੈ। ਜੇਕਰ ਆਪਾਂ ਕਿਸੇ ਫੁੱਲ ਨੂੰ ਵੇਖੀਏ ਤਾਂ ਫੁੱਲ ਨੂੰ ਸਾਡੀ ਨਜ਼ਰਾਂ ਨੇ ਵੇਖਿਆ। ਹੁਣ ਆਪਾਂ ਅੱਖਾਂ ਨੂੰ ਕੀ ਆਖਦੇ ਹਾਂ, ਅੱਖ ਸਾਡੇ ਸੈਂਸ ਔਰਗਨ ਨੇ, ਸੈਂਸ ਔਰਗਨ ਦੇ ਵਿੱਚ ਆਉਂਦਾ ਹੈ। ਅੱਖਾਂ ਦੇ ਨਾਲ ਆਪਾਂ ਦੂਰੋਂ ਉਸ ਫੁੱਲ ਨੂੰ ਦੇਖਿਆ ਜੋ ਦੇਖਣ ਦੇ ਵਿੱਚ ਕਾਫੀ ਅਟਰੈਕਟਿਵ ਲੱਗਿਆ। ਜਦ ਆਪਾਂ ਉਸ ਨੂੰ ਵੇਖਿਆ ਤਾਂ ਇੱਕ ਵਿਚਾਰ ਜਿਹੜਾ ਹੈ ਉਹ ਸਾਡੇ ਦਿਮਾਗ ਦੇ ਵਿੱਚ ਉਤਪੰਨ ਹੋਇਆ ਕਿ ਬਹੁਤ ਹੀ ਸੋਹਣਾ ਫੁੱਲ ਹੈ। ਆਪਾਂ ਉਸ ਨੂੰ ਡਿਫਾਈਨ ਕੀਤਾ, ਪਰ ਉਹ ਜਿਹੜੀ ਡੈਫੀਨੇਸ਼ਨ ਆਪਾਂ ਦਿੱਤੀ ਉਹ ਬਾਹਰਲੀ ਤਲ 'ਤੇ ਸੀ। ਪਰ ਜਦ ਆਪਾਂ ਉਸ ਫੁੱਲ ਦੀ ਸਟੱਡੀ ਕੀਤੀ, ਉਸ ਫੁੱਲ ਦੇ ਨੇੜੇ ਗਏ ਜਾਂ ਉਸ ਫੁੱਲ ਦੇ ਉੱਤੇ ਐਕਸਪੈਰੀਮੈਂਟ ਕੀਤਾ, ਉਸ ਨੂੰ ਚੰਗੀ ਤਰ੍ਹਾਂ ਦੇਖਿਆ, ਉਸ ਦੇ ਬਾਰੇ ਜਾਣਿਆ, ਤਾਂ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹ ਸਿਰਫ ਸੋਹਣਾ ਹੀ ਨਹੀਂ ਹੈ ਬਲਕਿ ਇਹ ਬਹੁਤ ਹੀ ਜ਼ਹਿਰੀਲਾ ਵੀ ਹੈ। ਬੇਸਿਕਲੀ ਜੋ ਐਕਸਟੀਰੀਅਰ ਗਿਆਨ ਆਪਾਂ ਲਿੱਤਾ ਉਹ ਸਿਰਫ ਇੱਥੇ ਤੱਕ ਸੀ ਕਿ ਬਹੁਤ ਸੋਹਣਾ ਫੁੱਲ ਹੈ, ਅੱਖਾਂ ਨੂੰ ਬੜਾ ਚੰਗਾ ਲੱਗ ਰਿਹਾ ਸੀ, ਪਰ ਉਹ ਕੰਪਲੀਟ ਨੌਲੇਜ ਨਹੀਂ ਸੀ। ਉਹ ਸਿਰਫ ਬਾਹਰੀ ਗਿਆਨ ਸੀ ਜੋ ਅਸਪਸ਼ਟ ਸੀ, ਜੋ ਉਸ ਦੇ ਬਾਰੇ 'ਚ ਪੂਰੀ ਨੌਲੇਜ ਨਹੀਂ ਦੇ ਰਿਹਾ ਸੀ। ਪਰ ਜਦ ਆਪਾਂ ਉਸ ਦੇ ਉੱਤੇ ਉਸਨੂੰ ਦੇਖਿਆ, ਉਸਨੂੰ ਵਾਚਿਆ, ਉਸਨੂੰ ਐਕਸਪੈਰੀਮੈਂਟ ਉਸ ਦੇ ਉੱਤੇ ਐਕਸਪੈਰੀਮੈਂਟ ਕੀਤਾ, ਉਸਦੀ ਪ੍ਰੋਪਰ ਸਟੱਡੀ ਕੀਤੀ, ਤਾਂ ਉੱਥੋਂ ਸਾਨੂੰ ਪਤਾ ਚੱਲਿਆ ਕਿ ਇਹ ਸੁੰਦਰ ਹੋਣ ਦੇ ਨਾਲ ਨਾਲ ਇਹ ਜਿਹੜਾ ਫੁੱਲ ਹੈ ਇਹ ਕਾਫੀ ਜ਼ਹਿਰੀਲਾ ਵੀ ਹੈ। ਤਾਂ ਇੰਟੀਰੀਅਰ ਜਿਹੜਾ ਗਿਆਨ ਹੈ, ਕਿਉਂਕਿ ਬਾਹਰੀ ਗਿਆਨ ਦੇ ਨਾਲ ਜਦ ਸਾਨੂੰ ਅੰਦਰੂਨੀ ਗਿਆਨ ਆਉਂਦਾ ਹੈ ਤਦ ਹੀ ਇੱਕ ਕੰਪਲੀਟ ਪਰਸਨੈਲਿਟੀ ਜਿਹੜੀ ਹੈ ਉਹ ਬਣਦੀ ਹੈ। ਹੁਣ ਇਸ ਨੂੰ ਅਸਪਸ਼ਟ ਔਰ ਸ਼ੰਕੀ ਗਿਆਨ ਕਿਉਂ ਕਿਹਾ ਗਿਆ ਔਰ ਅੰਦਰੂਨੀ ਗਿਆਨ ਉੱਤੇ ਜ਼ਿਆਦਾ ਜ਼ੋਰ ਸੁਕਰਾਤ ਨੇ ਕਿਉਂ ਦਿੱਤਾ? ਕਿਉਂਕਿ ਜਦ ਆਪਾਂ ਦੂਜੀ ਐਗਜ਼ਾਮਪਲ ਵੇਖਦੇ ਹਾਂ, ਜਿਵੇਂ ਸਤੀ ਪ੍ਰਥਾ ਹੈ, ਸਤੀ ਪ੍ਰਥਾ ਨੂੰ ਵੇਖੀਏ ਤਾਂ ਸਤੀ ਪ੍ਰਥਾ ਕੀ ਸੀ ਕਿ ਜਿਸ ਦੇ ਵਿੱਚ ਜਦ ਕਿਸੇ ਔਰਤ ਦਾ ਜਿਹੜਾ ਪਤੀ ਹੈ ਉਹ ਚੜ੍ਹਾਈ ਕਰ ਜਾਂਦਾ ਸੀ ਜਾਂ ਮਰ ਜਾਂਦਾ ਸੀ ਤੇ ਬਾਅਦ ਦੇ ਵਿੱਚ ਉਸ ਔਰਤ ਨੂੰ ਸਾੜ ਦਿੱਤਾ ਜਾਂਦਾ ਸੀ। ਆਪਾਂ ਸਾਰੇ ਇਸ ਬਾਰੇ ਜਾਣਦੇ ਹਾਂ। ਪਰ ਜਦ ਆਪਾਂ ਇਸ ਨੂੰ ਬਾਹਰਲੀ ਤਲ 'ਤੇ ਵੇਖਦੇ ਹਾਂ ਤਾਂ ਉਸ ਸਮੇਂ ਲੋਕਾਂ ਦੀ ਸੋਚ ਸੀ ਕਿ ਹਾਂ, ਔਰਤ ਦਾ ਪਤੀ ਤਾਂ ਚਲਾ ਗਿਆ, ਪਰ ਉਸ ਦੇ ਬਾਅਦ ਇਸ ਔਰਤ ਦਾ ਕੀ ਹੋਵੇਗਾ, ਕਿਵੇਂ ਸਮਾਜ ਦੇ ਵਿੱਚ ਵਿਚਰੇਗੀ, ਕਿਵੇਂ ਲੋਕਾਂ ਦੀਆਂ ਬੁਰੀਆਂ ਅੱਖਾਂ ਦਾ ਇਹ ਸ਼ਿਕਾਰ ਬਣੇਗੀ। ਤਾਂ ਉਹ ਬਾਹਰੀ ਗਿਆਨ ਸੀ, ਉਹ ਬਾਹਰੀ ਗਿਆਨ ਸੀ ਜੋ ਬਾਹਰਲੇ ਤਲ 'ਤੇ ਲੋਕਾਂ ਦੀ ਸੋਚ ਬਣੀ ਪਈ ਸੀ। ਬਾਹਰਲੇ ਤਲ 'ਤੇ ਲੋਕਾਂ ਨੇ ਚੀਜ਼ਾਂ ਨੂੰ ਸਮਝਿਆ ਔਰ ਉਸੇ ਮੁਤਾਬਿਕ ਜਿਹੜਾ ਹੈ ਉਹਨਾਂ ਨੇ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਵਿਚਾਰ ਬਣਿਆ ਕਿ ਵਿਚਾਰੀ ਕਿਵੇਂ ਸਮਾਜ ਦੇ ਅੰਦਰ ਰਹੇਗੀ, ਕਿਵੇਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੇਗੀ, ਜਾਂ ਫਿਰ ਇਹ ਜਿਹੜੀ ਔਰਤ ਜਿਹੜੀ ਹੈ ਕਾਫੀ ਕਮਜ਼ੋਰ ਹੈ, ਇਹ ਸਮਾਜ ਦੇ ਅੰਦਰ ਰਹਿ ਨਹੀਂ ਸਕਦੀ ਪਤੀ ਤੋਂ ਬਿਨਾਂ। ਤਾਂ ਇਹ ਬਾਹਰਲੇ ਤਲ 'ਤੇ ਗਿਆਨ ਸੀ, ਜੋ ਗਿਆਨ ਇੱਕ ਤੋਂ ਫਿਰ ਦੂਜੇ ਨੇ ਅਡੋਪਟ ਕੀਤਾ, ਦੂਜੇ ਤੋਂ ਤੀਜੇ ਨੇ ਅਡੋਪਟ ਕੀਤਾ ਤੇ ਇੱਕ ਪ੍ਰਥਾ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ। ਪਰ ਜਦ ਇਸ ਨੂੰ ਇੰਟੀਰੀਅਰ ਤੌਰ 'ਤੇ, ਅੰਦਰੂਨੀ ਤੌਰ 'ਤੇ ਜਦ ਤਰਕਵਾਦੀ ਸੋਚ ਨੇ ਜਨਮ ਲਿੱਤਾ, ਜਦ ਚੀਜ਼ਾਂ ਨੂੰ ਵਾਚਿਆ ਗਿਆ, ਜਦ ਉਸੇ ਔਰਤ ਨੂੰ, ਕਿਉਂਕਿ ਬਾਹਰਲੇ ਤਲ 'ਤੇ ਅਸੀਂ ਔਰਤ ਨੂੰ ਸਮਝ ਰਹੇ ਸੀ ਕਿ ਉਹ ਬਹੁਤ ਹੀ ਜਿਹੜੀ ਹੈ ਉਹ
ਕਮਜ਼ੋਰ ਹੈ, ਉਹ ਸਮਾਜ ਦੇ ਵਿੱਚ ਉਸ ਤਰ੍ਹਾਂ ਨਹੀਂ ਵਿਚਰ ਸਕਦੀ ਜਿਸ ਤਰ੍ਹਾਂ ਇੱਕ ਮੇਲ ਪਰਸਨੈਲਿਟੀ ਵਿਚਰਦੀ ਹੈ। ਤੇ ਜਦ ਆਪਾਂ ਇਸ ਚੀਜ਼ ਨੂੰ ਇੰਟੀਰੀਅਰ ਤੌਰ 'ਤੇ ਅੰਦਰੂਨੀ ਤੌਰ 'ਤੇ ਸਮਝਿਆ, ਵਾਚਿਆ, ਆਪਣੀ ਸੋਚ ਨੂੰ ਆਪਾਂ ਟਿਕਾਇਆ, ਤਾਂ ਉੱਥੇ ਉਸ ਔਰਤ ਦੇ ਵਿੱਚ ਸਿਰਫ ਔਰਤ ਨੂੰ ਨਹੀਂ ਵੇਖਿਆ, ਬਲਕਿ ਉਸ ਔਰਤ ਦੇ ਵਿੱਚ ਆਪਾਂ ਇੱਕ ਚੇਤਨਾ ਨੂੰ ਵੇਖਿਆ, ਇਸ ਚੇਤਨਾ ਨੂੰ, ਉਸ ਸਰੀਰ ਨੂੰ ਵੇਖਿਆ ਜੋ ਕਿ ਇੱਕ ਔਰਤ ਨਹੀਂ ਹੈ, ਸਿਰਫ ਉਹ ਸਰੀਰ ਹੈ। ਔਰ ਉਸ ਸਰੀਰ ਨੂੰ ਇਸ ਸੰਸਾਰ ਦੇ ਅੰਦਰ ਪਰਮਾਤਮਾ ਨੇ ਜਨਮ ਦਿੱਤਾ ਹੈ, ਇੱਕ ਅਲੱਗ ਆਈਡੈਂਟਿਟੀ ਹੈ ਉਸਨੇ ਸਮਾਜ ਦੇ ਅੰਦਰ, ਉਸਨੇ ਇਸ ਸੰਸਾਰ ਦੇ ਅੰਦਰ ਆਪਣੇ ਤੌਰ 'ਤੇ ਇੰਡੀਪੈਂਡੈਂਟ ਪਰਸਨੈਲਿਟੀ ਦੇ ਤੌਰ 'ਤੇ ਵਿਚਰਨਾ ਹੈ। ਉਸਦੇ ਆਪਣੇ ਕਰਮ ਨੇ, ਉਹ ਸਿਰਫ ਸਰੀਰ ਔਰਤ ਦਾ ਲੈ ਕੇ ਆਈ ਹੈ, ਪਰ ਚੇਤਨਾ ਇੱਕ ਹੀ ਹੈ। ਚੇਤਨਾ ਮਤਲਬ ਕਿ ਆਤਮਾ ਇੱਕ ਹੀ ਹੈ, ਉਹ ਇੱਕ ਆਤਮਾ ਹੈ, ਨਾ ਕਿ ਔਰਤ ਹੈ। ਔਰ ਉਸ ਆਤਮਾ ਨੇ ਇਸ ਸੰਸਾਰ ਦੇ ਅੰਦਰ ਆਉਣ ਦੇ ਵਿੱਚ ਇੱਕ ਮੋਟਿਵ ਹੈ ਕਿ ਉਸ ਆਤਮਾ ਨੇ ਪਰਮਾਤਮਾ ਤੱਕ ਪਹੁੰਚਣਾ ਹੈ, ਨਾ ਕਿ ਉਹ ਇੱਕ ਔਰਤ ਹੈ। ਤਾਂ ਇੱਥੇ ਸਾਨੂੰ ਸਮਝ ਆਇਆ, ਕਿਉਂਕਿ ਇਹ ਜਿਹੜਾ ਗਿਆਨ ਸੀ ਇਹ ਅੰਨੀ ਸ਼ਰਧਾ ਦੇ ਉੱਤੇ ਜਾਂ ਅੰਧ ਵਿਸ਼ਵਾਸ ਜਾਂ ਰੂੜੀਵਾਦਾਂ ਦੇ ਉੱਤੇ ਨਹੀਂ ਟਿਕਿਆ ਹੋਇਆ ਸੀ, ਬਲਕਿ ਇਸ ਦੇ ਅੰਦਰ ਤਰਕਵਾਦੀ ਸੋਚ ਸੀ, ਇਸ ਦੇ ਅੰਦਰ ਦਲੀਲ ਸੀ। ਲੋਕਾਂ ਦੇ ਅੰਦਰ ਇਹ ਚੀਜ਼ ਅੰਦਰੂਨੀ ਤੌਰ 'ਤੇ ਉਤਪੰਨ ਹੋਈ ਕਿ ਔਰਤ ਜਿਹੜੀ ਹੈ ਉਹ ਇੰਡੀਪੈਂਡੈਂਟ ਪਰਸਨੈਲਿਟੀ ਹੈ, ਇੱਕ ਚੇਤਨਾ ਹੈ ਜਿਸ ਨੇ ਪਰਮਾਤਮਾ ਤੱਕ ਪਹੁੰਚਣਾ ਹੈ। ਮੈਰਿਜ ਜਿਹੜੀ ਹੈ, ਵਿਆਹ ਜਿਹੜਾ ਉਸ ਪਤੀ ਦੇ ਨਾਲ ਹੋਇਆ, ਉਹ ਸਿਰਫ ਉਸਦੀ ਕਮਿਟਮੈਂਟ ਸੀ, ਉਹ ਸਮਾਜ ਦਾ ਇੱਕ ਹਿੱਸਾ ਸੀ, ਨਾ ਕਿ ਉਸਦੀ ਜ਼ਿੰਦਗੀ ਦਾ। ਤਾਂ ਇੱਥੇ ਫਿਰ ਲੋਕਾਂ ਨੇ ਸਤੀ ਪ੍ਰਥਾ ਦਾ ਜਿਹੜਾ ਵਿਰੋਧ ਕਰਨਾ ਸ਼ੁਰੂ ਕੀਤਾ, ਅੰਧ ਵਿਸ਼ਵਾਸ ਨੂੰ ਤੋੜਿਆ, ਰੂੜੀਵਾਦੀ ਸੋਚਾਂ ਨੂੰ ਤੋੜਿਆ, ਤੇ ਬਾਅਦ ਦੇ ਵਿੱਚ ਜਿਹੜੀ ਸਤੀ ਪ੍ਰਥਾ ਹੈ ਉਹ ਖਤਮ ਹੁੰਦੀ ਹੈ। ਤਾਂ ਅੰਦਰੂਨੀ ਗਿਆਨ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਤਰਕਵਾਦੀ ਸੋਚ ਨੂੰ ਭਰਦਾ ਹੈ, ਔਰ ਉਸੇ ਤਰਕਵਾਦੀ ਸੋਚ ਨੂੰ ਜਿਹੜਾ ਹੈ ਸੁਕਰਾਤ ਨੇ ਜਨਮ ਕੀਤਾ। ਆਈ ਹੋਪ ਕਿ ਤੁਹਾਨੂੰ ਇਹ ਜਿਹੜੀਆਂ ਦੋ ਐਗਜ਼ਾਮਪਲਾਂ ਮੈਂ ਤੁਹਾਨੂੰ ਦਿੱਤੀਆਂ ਨੇ, ਇਹ ਤੁਹਾਨੂੰ ਸਮਝ ਪੈ ਗਈ ਹੋਣਗੀਆਂ ਕਿ ਬਾਹਰਲੀ ਗਿਆਨ ਉਹ ਹੈ ਜੋ ਸਾਡੀ ਇੰਦਰੀਆਂ ਤੋਂ, ਜੋ ਦੇਖਣ ਮਾਤਰ ਜਾਂ ਸੁਣਨ ਮਾਤਰ ਜਾਂ ਮਹਿਸੂਸ ਕਰਨ ਮਾਤਰ ਜਿਹੜਾ ਉਤਪੰਨ ਹੁੰਦਾ ਹੈ, ਜੋ ਅਸਪਸ਼ਟ ਹੁੰਦਾ ਹੈ, ਜੋ ਕੰਪਲੀਟ ਪਰਸਨੈਲਿਟੀ ਸਾਨੂੰ ਨਹੀਂ ਬਣਾਉਂਦਾ। ਬਾਹਰੀ ਗਿਆਨ ਉਹ ਹੈ, ਪਰ ਅੰਦਰੂਨੀ ਗਿਆਨ ਉਹ ਹੈ ਜਿੱਥੇ ਇਨਸਾਨ ਜਿਹੜਾ ਹੈ ਉਹ ਤਰਕਵਾਦੀ ਸੋਚ ਦਾ ਮਾਲਕ ਬਣਦਾ ਹੈ, ਅੰਧ ਵਿਸ਼ਵਾਸ ਨੂੰ, ਅੰਨੀ ਸ਼ਰਧਾ ਨੂੰ ਛੱਡ ਕੇ ਉਹ ਫਿਰ ਦਲੀਲਪੂਰਵਕ ਵਿਸ਼ਵਾਸ ਉੱਤੇ ਉਹ ਖੜਾ ਹੁੰਦਾ ਹੈ। ਉਸ ਦੇ ਬਾਅਦ ਜੋ ਅਗਲਾ ਪੁਆਇੰਟ ਹੈ ਉਹ ਹੈ ਗਿਆਨ ਹੀ ਧਰਮ ਹੈ ਤੇ ਧਰਮ ਹੀ ਗਿਆਨ ਹੈ। ਮੇਨ ਇੰਪੋਰਟੈਂਟ ਜੋ ਸੁਕਰਾਤ ਨੇ ਕਿਹਾ ਕਿ ਗਿਆਨ ਹੀ ਧਰਮ ਹੈ, ਮਤਲਬ ਜੇਕਰ ਤੁਹਾਨੂੰ ਗਿਆਨ ਹੈ ਤਾਂ ਹੀ ਤੁਸੀਂ ਧਾਰਮਿਕ ਹੋ, ਤੇ ਜੇਕਰ ਤੁਹਾਡੇ ਵਿੱਚ ਧਰਮ ਹੈ ਤਦ ਹੀ ਗਿਆਨ ਤੁਹਾਡੇ ਵਿੱਚ ਟਿਕ ਸਕਦਾ ਹੈ। ਹੁਣ ਇੱਥੇ ਵੀ ਬਹੁਤ ਸਾਰੇ ਸਟੂਡੈਂਟਸ ਨੂੰ ਕਨਫਿਊਜ਼ਨ ਹੋਵੇਗੀ, ਕਿਉਂਕਿ ਇਹ ਜਿਹੜੇ ਸਿੱਖਿਆਵਾਂ ਨੇ ਇਹ ਬਹੁਤ ਹੀ ਆਪਣੇ ਆਪ ਦੇ ਵਿੱਚ ਬੜੇ ਗੁੱਝੇ ਭੇਦ ਸਮਾ ਕੇ ਬੈਠੀਆਂ ਹੋਈਆਂ ਨੇ। ਇਹਨਾਂ ਸਿੱਖਿਆਵਾਂ ਨੂੰ ਪੜ੍ਹਨ ਲਈ ਤੁਹਾਨੂੰ ਆਪਣੀ ਸੋਚ ਨੂੰ, ਆਪਣੀ ਸੁਰਤ ਨੂੰ ਬੜੇ ਉੱਚੇ ਪੱਧਰ ਦੇ ਉੱਤੇ ਲੈ ਜਾਣਾ ਪਵੇਗਾ, ਪਰ ਮੈਂ ਕੋਸ਼ਿਸ਼ ਕੀਤੀ ਹੈ। ਆਈ ਹੋਪ ਤੁਹਾਨੂੰ ਇਹ ਕੋਸ਼ਿਸ਼ ਪਸੰਦ ਆਵੇਗੀ ਕਿ ਚੀਜ਼ਾਂ ਨੂੰ ਬੜਾ ਆਸਾਨ ਕਰਕੇ ਤੁਹਾਡੇ ਤੱਕ ਪਹੁੰਚਾਵਾਂ। ਹੁਣ ਜਦ ਆਪਾਂ, ਕਿਉਂਕਿ ਇਹ ਚੀਜ਼ਾਂ ਮੇਰੇ ਲਈ ਸਮਝਣਾ ਤਾਂ ਵੀ ਇੰਪੋਰਟੈਂਟ ਹੋ ਗਈਆਂ, ਜਾਂ ਮੈਨੂੰ ਈਜ਼ਲੀ ਇਸ ਲਈ ਸਮਝ ਪੈ ਗਈਆਂ ਕਿਉਂਕਿ ਆਪਾਂ ਜਦ ਗੁਰਮਤ ਨੂੰ ਸਮਝਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਰਿਲੇਟ ਕਰ ਜਾਂਦੀਆਂ ਨੇ। ਇਸ ਨੂੰ ਸਿਰਫ ਧਾਰਮਿਕ ਪੱਧਰ ਉੱਤੇ ਨਹੀਂ ਸਮਝਣਾ, ਸਿਰਫ ਇੱਕ ਚੀਜ਼ਾਂ ਨੂੰ ਸਮਝਣ ਦੇ ਲਈ ਆਪਾਂ ਕਈ ਵਾਰ ਚੀਜ਼ਾਂ ਦਾ ਕੰਪੈਰੀਜ਼ਨ ਵੀ ਕਰਦੇ ਹਾਂ। ਤਾਂ ਜਦ ਆਪਾਂ ਗੁਰਮਤ ਦੀ ਗੱਲ ਕਰਦੇ ਹਾਂ ਤਾਂ ਗੁਰਮਤ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਨੇ ਇਹੀ ਕਿਹਾ ਕਿ ਜਦ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਤਾਂ ਜਪਜੀ ਸਾਹਿਬ ਦੇ ਅੰਦਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ 5 ਖੰਡਾਂ ਦੀ ਗੱਲ ਕੀਤੀ ਹੈ। ਉਹਨਾਂ 5 ਖੰਡਾਂ ਨੂੰ ਆਪਸ ਦੇ ਵਿੱਚ ਰਿਲੇਟ ਕੀਤਾ ਹੈ। ਧਰਮ ਖੰਡ ਤੋਂ ਸ਼ੁਰੂ ਹੁੰਦਾ ਹੈ, ਕਿਉਂਕਿ ਇਨਸਾਨ ਦੇ ਜੀਵਨ ਦੇ 5 ਖੰਡ ਨੇ, 5 ਪੜਾਅ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ। ਇਹਨਾਂ 5 ਪੜਾਵਾਂ ਦੇ ਵਿੱਚ ਇਨਸਾਨ ਨੇ ਵਿਚਰਨਾ ਹੈ ਤੇ ਆਖਿਰ ਉਸ ਦਾ ਜਿਹੜਾ ਲਕਸ਼ ਹੈ ਉਹ ਪਰਮਾਤਮਾ ਹੈ। ਭਾਵ ਕਿ ਆਤਮਾ ਜਿਹੜੀ ਹੈ ਇਹਨਾਂ 5 ਪੜਾਵਾਂ ਦੇ ਵਿੱਚ ਵਿਚਰਦੀ ਹੈ। ਜਿੱਥੇ ਸ਼ੁਰੂਆਤ ਧਰਮ ਤੋਂ ਹੁੰਦੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਧਰਤੀ ਜਿਹੜੀ ਹੈ ਧਰਮ ਕਮਾਉਣ ਦੇ ਲਈ ਹੈ। ਇਸ ਧਰਤੀ ਦੇ ਅੰਦਰ ਆਪਾਂ ਧਰਮ ਕਮਾਉਣਾ ਹੈ, ਧਰਮ ਕਮਾਉਣ ਦੇ ਲਈ ਆਪਾਂ ਧਰਤੀ ਉੱਤੇ ਆਏ ਹਾਂ। ਹੁਣ ਉਹ ਧਰਮ ਕੀ ਹੈ? ਧਰਮ ਬੇਸਿਕਲੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਧਰਮ ਜਿਹੜਾ ਹੈ ਉਹ ਸਾਡੇ ਕਰਮ ਨੇ। ਧਰਮ ਉਹ ਜਿੱਥੇ ਸਾਡੇ ਧਰਮ ਉਹ ਹੈ ਜਿੱਥੇ ਸਾਡੇ ਨਿਰਮਲ ਕਰਮ ਹੁੰਦੇ ਨੇ। ਭਾਵ ਕਿ ਉਹ ਇਨਸਾਨ ਧਾਰਮਿਕ ਹੈ ਜਿਸ ਦੇ ਕਰਮ ਨਿਰਮਲ ਨੇ।
ਜੋ ਕਰਮ ਕਰਕੇ ਹੀ ਧਰਮ ਹੁੰਦਾ ਹੈ। ਜੇਕਰ ਆਪਾਂ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ ਹੈ ਤਾਂ ਆਪਾਂ ਅਸਲ ਦੇ ਵਿੱਚ ਧਾਰਮਿਕ ਹੈ। ਜਦ ਕਿ ਜਿਹੜੇ ਧਾਰਮਿਕ ਚਿੰਨ੍ਹ ਪਾਉਣ ਦੇ ਨਾਲ ਕੋਈ ਇਨਸਾਨ ਜਿਹੜਾ ਹੈ ਉਹ ਧਰਮ ਦੀ ਦੁਨੀਆ ਦੇ ਵਿੱਚ ਐਂਟਰ ਨਹੀਂ ਕਰ ਸਕਦਾ, ਬਲਕਿ ਸਾਨੂੰ ਆਪਣੇ ਜਿਹੜੇ ਕਰਮ ਨੇ ਉਹ ਸੱਚੇ ਕਰਨੇ ਪਵਾਂਗੇ। ਉੱਥੇ ਵੀ ਉਹਨਾਂ ਨੇ ਧਰਮ ਤੋਂ ਸ਼ੁਰੂਆਤ ਕੀਤੀ, ਫਿਰ ਗਿਆਨ ਖੰਡ ਦੀ ਗੱਲ ਕੀਤੀ, ਕਰਮ ਖੰਡ ਦੀ ਗੱਲ ਕੀਤੀ, ਸਰਮ ਖੰਡ ਦੀ ਗੱਲ ਕੀਤੀ, ਅਖੀਰ ਦੇ ਵਿੱਚ ਉਹਨਾਂ ਨੇ ਸੱਚ ਖੰਡ ਦੀ ਗੱਲ ਕੀਤੀ ਕਿ ਇੱਕ ਐਸੀ ਅਵਸਥਾ ਜਿਸ ਦੇ ਵਿੱਚ ਇਨਸਾਨ ਪਰਮਾਤਮਾ ਜਿਹੜੀ ਹੈ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ। ਸੁਕਰਾਤ ਨੇ ਕਿਹਾ ਕਿ ਗਿਆਨ ਹੀ ਧਰਮ ਹੈ ਤੇ ਧਰਮ ਹੀ ਗਿਆਨ ਹੈ। ਹੁਣ ਸੁਕਰਾਤ ਦੇ ਮੁਤਾਬਿਕ ਧਰਮ ਕੀ ਹੈ? ਸੁਕਰਾਤ ਆਖਦਾ ਹੈ ਕਿ ਧਰਮ ਉਹ ਹੈ ਜਿੱਥੇ ਸਾਨੂੰ ਸਾਡੇ ਗੁਣਾਂ ਦੀ ਪਹਿਚਾਣ ਹੁੰਦੀ ਹੈ, ਸਾਡੇ ਸਦਗੁਣਾਂ ਦੀ ਪਹਿਚਾਣ ਹੁੰਦੀ ਹੈ ਕਿ ਸਾਡੇ ਅੰਦਰ ਗੁਣ ਕਿਹੜੇ ਨੇ। ਜਦ ਆਪਾਂ ਉਹਨਾਂ ਗੁਣਾਂ ਦੀ ਪਹਿਚਾਣ ਕਰ ਲੈਂਦੇ ਹਾਂ ਫਿਰ ਆਪਾਂ ਉਹਨਾਂ ਗੁਣਾਂ ਦਾ ਅਭਿਆਸ ਕਰਦੇ ਹਾਂ। ਹੁਣ ਗੁਣਾਂ ਦੀ ਪਹਿਚਾਣ ਹੋਣਾ ਕੀ ਹੈ? ਹੁਣ ਸਪੋਜ਼ ਫੋਰ ਐਗਜ਼ਾਮਪਲ ਮੈਨੂੰ ਇਸ ਗੱਲ ਦੀ ਸਮਝ ਪੈ ਗਈ ਕਿ ਲਾਲਚ ਜਿਹੜੀ ਹੈ ਬਹੁਤ ਹੀ ਬੁਰੀ ਚੀਜ਼ ਹੈ, ਸਾਨੂੰ ਜੀਵਨ ਦੇ ਅੰਦਰ ਲਾਲਚ ਨਹੀਂ ਕਰਨੀ ਚਾਹੀਦੀ, ਇਹ ਮੇਰਾ ਗਿਆਨ ਹੈ। ਪਰ ਜਦ ਮੈਂ ਇਸ ਚੀਜ਼ ਨੂੰ ਆਪਣੇ ਜੀਵਨ ਦੇ ਅੰਦਰ ਇੰਪਲੀਮੈਂਟ ਕਰਾਂਗੀ, ਭਾਵ ਕਿ ਅਗਰ ਮੈਂ ਕਿਸੇ ਚੰਗੀ ਕੁਰਸੀ ਕਿਸੇ ਅਹੁਦੇ ਦੇ ਉੱਤੇ ਬੈਠੀ ਹਾਂ, ਉਸ ਅਹੁਦੇ ਦੇ ਵਿੱਚ ਮੈਂ ਰਿਸ਼ਵਤ ਨਹੀਂ ਲਵਾਂਗੀ ਜਾਂ ਕਿਸੇ ਚੀਜ਼ ਦੀ ਮੈਂ ਲਾਲਸਾ ਨਹੀਂ ਕਰਾਂਗੀ, ਸਿਰਫ ਆਪਣੀ ਕਿਰਤ ਕਮਾਈ ਜਿਹੜੀ ਹੈ ਇਮਾਨਦਾਰੀ ਦੇ ਨਾਲ ਕਰਾਂਗੀ, ਤਾਂ ਫਿਰ ਉਹ ਮੇਰਾ ਧਰਮ ਹੋ ਗਿਆ। ਗਿਆਨ ਕੀ ਹੋਇਆ? ਗਿਆਨ ਉਹ ਸੀ ਜਿੱਥੇ ਮੈਨੂੰ ਸਮਝ ਪਈ ਕਿ ਲਾਲਚ ਬੁਰੀ ਚੀਜ਼ ਹੈ, ਲਾਲਚ ਕਰਨ ਦੇ ਨਾਲ ਮੇਰੇ ਅੰਦਰ ਔਗੁਣ ਭਰੇ ਜਾ ਰਹੇ ਨੇ, ਮੇਰੇ ਅੰਦਰ ਬੁਰਾਈ ਜਨਮ ਲੈ ਰਹੀ ਹੈ। ਇਸ ਚੀਜ਼ ਦਾ ਮੈਨੂੰ ਗਿਆਨ ਹੋਇਆ। ਪਰ ਜਦ ਉਸ ਗਿਆਨ ਨੂੰ ਮੈਂ ਆਪਣੇ ਜੀਵਨ ਦੇ ਅੰਦਰ ਇੰਪਲੀਮੈਂਟ ਕੀਤਾ ਤਾਂ ਉਹ ਮੇਰਾ ਧਰਮ ਹੋ ਗਿਆ। ਗਿਆਨ ਦੇ ਨਾਲ ਹੀ ਧਰਮ ਉਤਪੰਨ ਹੁੰਦਾ ਹੈ ਤੇ ਧਰਮ ਦੇ ਨਾਲ ਹੀ ਗਿਆਨ ਹੈ, ਕਿਉਂਕਿ ਜਦ ਇਨਸਾਨ ਧਾਰਮਿਕ ਹੁੰਦਾ ਹੈ ਤਾਂ ਉਸ ਨੂੰ ਇਸ ਚੀਜ਼ ਦਾ ਗਿਆਨ ਵੀ ਹੁੰਦਾ ਹੈ ਕਿ ਉਸ ਨੇ ਆਪਣੇ ਸਦਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ, ਚੰਗੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਕਿਵੇਂ ਇੰਪਲੀਮੈਂਟ ਕਰਨਾ ਹੈ। ਅਗਰ ਮੈਂ ਧਾਰਮਿਕ ਹਾਂ, ਮੈਂ ਪਰਮਾਤਮਾ ਦੇ ਵਿੱਚ ਵਿਸ਼ਵਾਸ ਕਰਦੀ ਹਾਂ, ਪਰਮਾਤਮਾ ਨੂੰ ਮੰਨਦੀ ਹਾਂ, ਤਾਂ ਫਿਰ ਮੈਨੂੰ ਇਸ ਚੀਜ਼ ਦਾ ਵੀ ਗਿਆਨ ਹੋਵੇਗਾ ਕਿ ਮੈਂ ਆਪਣੇ ਜੀਵਨ ਦੇ ਅੰਦਰ ਬੁਰਾਈਆਂ ਨੂੰ ਛੱਡ ਕੇ ਚੰਗਿਆਈਆਂ ਨੂੰ ਅਪਣਾਉਣਾ ਹੈ। ਭਾਵ ਕਿ ਦੋਨੋਂ ਚੀਜ਼ਾਂ ਜਿਹੜੀਆਂ ਨੇ ਆਪਸ ਦੇ ਵਿੱਚ ਰਿਲੇਟ ਕਰ ਰਹੀਆਂ ਨੇ। ਗਿਆਨ ਕੀ ਹੈ? ਗਿਆਨ ਹੈ ਸਾਨੂੰ ਆਪਣੀ ਚੰਗਿਆਈਆਂ ਦਾ, ਸਾਨੂੰ ਚੰਗੀਆਂ ਚੀਜ਼ਾਂ ਦਾ ਅਭਿਆਸ ਕਰਨਾ। ਭਾਵ ਕਿ ਜਦ ਆਪਾਂ ਸਦਗੁਣਾਂ ਦਾ ਅਭਿਆਸ ਕਰਦੇ ਹਾਂ ਤਾਂ ਉਹ ਸਾਡਾ ਧਰਮ ਬਣ ਜਾਂਦਾ ਹੈ। ਗਿਆਨ ਹੈ ਸਦਗੁਣਾਂ ਬਾਰੇ ਜਾਣਨਾ, ਫਿਰ ਉਹਨਾਂ ਨੂੰ ਇੰਪਲੀਮੈਂਟ ਕਰਨਾ, ਉਹ ਸਾਡਾ ਧਰਮ ਬਣ ਜਾਂਦਾ ਹੈ। ਤੇ ਇਹ ਜਿਹੜੀਆਂ ਦੋਨੋਂ ਚੀਜ਼ਾਂ ਨੇ ਇਹ ਆਪਸ ਦੇ ਵਿੱਚ ਰਿਲੇਟ ਕਰਦੀਆਂ ਨੇ। ਗਿਆਨ ਨੂੰ ਧਰਮ ਦੇ ਨਾਲੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਔਰ ਧਰਮ ਨੂੰ ਗਿਆਨ ਦੇ ਨਾਲੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਇਹ ਉਸ ਦਾ ਸਿਧਾਂਤ ਸੀ, ਇਹ ਉਸ ਦੀ ਸਿੱਖਿਆ ਸੀ। ਇਹ ਹੈ ਰਾਜਨੀਤੀ ਇੱਕ ਕਲਾ ਹੈ। ਸੁਕਰਾਤ ਨੇ ਕਿਹਾ ਕਿ ਜਿਹੜੀ ਪੋਲਿਟਿਕਸ ਹੈ ਉਹ ਇੱਕ ਆਰਟ ਵਜੋਂ ਹੈ, ਰਾਜਨੀਤੀ ਇੱਕ ਕਲਾ ਵਜੋਂ ਹੈ। ਰਾਜਨੀਤੀ ਨੂੰ ਉਸਨੇ ਕਲਾ ਕਿਹਾ। ਹੁਣ ਜਿਵੇਂ ਆਪਾਂ ਮਿਸਾਲ ਦੇ ਤੌਰ 'ਤੇ ਵੇਖੀਏ ਤਾਂ ਡਾਂਸਿੰਗ ਹੈ, ਸਿੰਗਿੰਗ ਹੈ, ਪੇਂਟਿੰਗ ਹੈ, ਇਹ ਸਾਰੀਆਂ ਅਲੱਗ-ਅਲੱਗ ਆਰਟਸ ਨੇ ਔਰ ਇਹਨਾਂ ਆਰਟਸ ਨੂੰ ਸਿੱਖਣ ਦੇ ਲਈ ਪ੍ਰੈਕਟਿਸ ਦੀ ਜ਼ਰੂਰਤ ਹੁੰਦੀ ਹੈ। ਉਸਨੇ ਕਿਹਾ ਕਿ ਰਾਜਨੀਤੀ ਨੂੰ ਸਿੱਖਣ ਦੇ ਲਈ ਵੀ ਪ੍ਰੈਕਟਿਸ ਦੀ ਜ਼ਰੂਰਤ ਹੋਣੀ ਚਾਹੀਦੀ ਹੈ, ਕਿਉਂਕਿ ਜਦ ਆਪਾਂ ਮਿਊਜ਼ਿਕ ਦੀ ਗੱਲ ਕਰਦੇ ਹਾਂ, ਕਿਉਂਕਿ ਮਿਊਜ਼ਿਕ ਇੱਕ ਬਹੁਤ ਵੱਡੀ ਕਲਾ ਹੈ। ਕੋਈ ਇਨਸਾਨ ਜਦ ਮਿਊਜ਼ਿਕ ਨੂੰ ਸਿੱਖਦਾ ਹੈ ਤਾਂ ਪੂਰੀ ਉਮਰ ਉਹ ਉਸ ਆਰਟ ਨੂੰ, ਉਸ ਕਲਾ ਨੂੰ ਸਿੱਖਦਾ ਰਹਿੰਦਾ ਹੈ, ਉਸ ਦੀ ਬਾਰੀਕੀਆਂ ਨੂੰ ਸਮਝਦਾ ਹੈ, ਜਾਣਦਾ ਹੈ, ਰਿਆਜ਼ ਕਰਦਾ ਹੈ। ਫਿਰ ਸਮੇਂ ਦੇ ਨਾਲ ਉਹ ਉਸ ਆਰਟ ਦੇ ਵਿੱਚ, ਉਸ ਕਲਾ ਦੇ ਵਿੱਚ ਨਿਪੁੰਨ ਹੁੰਦਾ ਹੈ। ਬਹੁਤ ਸਾਰੀਆਂ ਮੁਸ਼ਕਿਲਾਤਾਂ ਉਸ ਨੂੰ ਆਉਂਦੀਆਂ ਨੇ, ਪਰ ਪ੍ਰੈਕਟਿਸ ਦੇ ਨਾਲ ਉਹ ਫਿਰ ਉਹਨਾਂ ਮੁਸ਼ਕਿਲਾਤਾਂ ਦਾ ਸਾਹਮਣਾ ਕਰਦਾ ਹੈ ਔਰ ਆਖਿਰਕਾਰ ਉਸ ਕਲਾ ਦੇ ਵਿੱਚ ਉਹ ਨਿਪੁੰਨਤਾ ਹਾਸਿਲ ਕਰ ਲੈਂਦਾ ਹੈ। ਬਹੁਤ ਮੁਸ਼ੱਕਤ ਉਸ ਨੂੰ ਕਰਨੀ ਪੈਂਦੀ ਹੈ। ਜਦ ਆਪਾਂ ਪ੍ਰੋਫੈਸ਼ਨਲ ਸਿੰਗਰਸ ਦੀ ਗੱਲ ਕਰਦੇ ਹਾਂ ਤਾਂ ਕਈ ਸਾਲਾਂ ਦਾ ਉਹਨਾਂ ਦਾ ਰਿਆਜ਼ ਹੁੰਦਾ ਹੈ ਔਰ ਲਗਾਤਾਰ ਉਹ ਰਿਆਜ਼ ਕਰਦੇ ਨੇ। ਭਾਵੇਂ ਅਸੀਂ ਕਿਸੇ ਵੀ ਪ੍ਰੋਫੈਸ਼ਨ ਦੀ ਗੱਲ ਕਰੀਏ, ਡਾਕਟਰ ਹੈ, ਡਾਕਟਰ ਦੀ ਜਦ ਆਪਾਂ ਗੱਲ ਕਰਦੇ ਹਾਂ ਤਾਂ ਉਸ ਨੂੰ ਬਹੁਤ ਸਾਰਾ ਸਮਾਂ, ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਜਿਹੜੇ ਨੇ ਉਹ ਪੜ੍ਹਨੇ ਪੈਂਦੇ ਨੇ, ਜਾਂ ਫਿਰ ਕਹਿ ਲਈਏ ਕਿ ਉਹ ਜਦ
ਪ੍ਰੈਕਟਿਸ ਦੇ ਵਿੱਚ ਆਉਂਦਾ ਹੈ, ਜਦ ਉਹ ਡਾਕਟਰ ਦੀ ਪ੍ਰੈਕਟਿਸ ਵੀ ਕਰਦਾ ਹੈ, ਤਾਂ ਹਰ ਨਵੇਂ ਦਿਨ ਉਸਨੂੰ ਨਵੀਆਂ ਚੀਜ਼ਾਂ ਪੜ੍ਹਨੀਆਂ ਪੈਂਦੀਆਂ ਨੇ, ਕਿਉਂਕਿ ਚੀਜ਼ਾਂ ਜਿਹੜੀਆਂ ਨੇ ਨਾਲ ਨਾਲ ਉਹ ਬਦਲਦੀਆਂ ਨੇ, ਸਾਇੰਸ ਬਦਲਦੀ ਹੈ, ਔਰ ਉਹਨਾਂ ਚੀਜ਼ਾਂ ਨੂੰ ਜਾਣਨ ਦੇ ਲਈ ਉਸਨੂੰ ਹਰ ਦਿਨ ਪੜ੍ਹਨਾ ਪੈਂਦਾ ਹੈ। ਭਾਵ ਕਿ ਉਹ ਆਪਣੇ ਪ੍ਰੋਫੈਸ਼ਨ ਨੂੰ ਜਾਰੀ ਰੱਖਣ ਦੇ ਲਈ ਹਰ ਦਿਨ ਕੁਝ ਨਵਾਂ ਸਿੱਖਦਾ ਹੈ। ਸੁਕਰਾਤ ਨੇ ਕਿਹਾ ਕਿ ਰਾਜਨੀਤੀ ਵੀ ਇੱਕ ਕਲਾ ਹੈ, ਔਰ ਇਸ ਰਾਜਨੀਤੀ ਦੇ ਵਿੱਚ ਜਾਣ ਦੇ ਲਈ ਇਨਸਾਨ ਨੂੰ ਜਿਹੜਾ ਹੈ ਉਹ ਪ੍ਰੈਕਟਿਸ ਦੀ ਜ਼ਰੂਰਤ ਹੈ। ਹੁਣ ਅੱਜ ਦੀ ਰਾਜਨੀਤੀ ਨੂੰ ਜਦ ਆਪਾਂ ਕਿਉਂਕਿ ਸ਼ੁਰੂਆਤ ਦੇ ਵਿੱਚ ਆਪਾਂ ਵੇਖਿਆ ਸੀ ਕਿ ਉਸਨੇ ਉਸ ਸਮੇਂ ਦੇ ਸੱਤਾਧਾਰੀ ਲੋਕਾਂ ਦੇ ਉੱਤੇ ਹਮਲਾ ਕੀਤਾ। ਉਹ ਹਮਲਾ ਕਿਉਂ ਸੀ? ਉਹ ਇਸ ਲਈ ਸੀ ਕਿ ਉਹ ਲੋਕ ਜਿਹੜੇ ਸਨ ਉਹ ਉਸਨੂੰ ਆਰਟ ਨਹੀਂ ਸਮਝ ਰਹੇ ਸਨ। ਉਹ ਲੋਕ ਜਿਹੜੇ ਸਨ ਉਹ ਉਸ ਰਾਜਨੀਤੀ ਦੇ ਵਿੱਚ ਨਿਪੁੰਨ ਨਹੀਂ ਸਨ। ਉਹ ਲੋਕ ਜਿਹੜੇ ਸਨ ਉਹ ਇਸ ਰਾਜਨੀਤੀ ਨੂੰ ਸਹੀ ਢੰਗ ਦੇ ਨਾਲ ਅਪਣਾ ਨਹੀਂ ਰਹੇ ਸਨ। ਇਸ ਲਈ ਸੁਕਰਾਤ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ। ਅੱਜ ਦੇ ਹਾਲਾਤਾਂ ਨੂੰ ਆਪਾਂ ਇਸ ਦੇ ਨਾਲ ਕੰਪੇਅਰ ਕਰਕੇ ਵੇਖੀਏ ਤਾਂ ਅੱਜ ਵੀ ਬਹੁਤ ਸਾਰੇ ਸਾਡੇ ਲੀਡਰਸ ਨੇ, ਜਾਂ ਪੋਲੀਟਿਕਸ ਦੇ ਵਿੱਚ ਆਪਾਂ ਅਲੱਗ-ਅਲੱਗ ਫਿਗਰਸ ਨੂੰ ਵੇਖਦੇ ਹਾਂ, ਤਾਂ ਬਹੁਤ ਸਾਰੇ ਐਸੇ ਨੇ ਕਿ ਜਿਨ੍ਹਾਂ ਦਾ ਜਿਹੜਾ ਪ੍ਰੋਫੈਸ਼ਨ ਹੁੰਦਾ ਹੈ ਹੋਰ ਕੁਝ ਹੁੰਦਾ ਹੈ, ਪਰ ਆਫਟਰ ਰਿਟਾਇਰਮੈਂਟ ਜਾਂ ਵਟ ਐਵਰ ਦੇ ਡੂ, ਜੋ ਵੀ ਉਹ ਕੰਮ ਕਰਦੇ ਨੇ, ਉਹਨਾਂ ਦੇ ਬਾਅਦ ਉਹ ਸਿੱਧਾ ਪੋਲੀਟਿਕਸ ਦੇ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੰਦੇ ਨੇ। ਉਸ ਦੇ ਨਾਲ ਕੀ ਹੁੰਦਾ ਹੈ ਕਿ ਪੋਲੀਟਿਕਸ ਦੀ ਜਾਣਕਾਰੀ ਨਾ ਹੋਣ ਕਰਕੇ ਘਾਣ ਸਿਰਫ ਜਨਤਾ ਦਾ ਹੁੰਦਾ ਹੈ। ਆਪਣੇ ਆਪ ਨੂੰ ਤਾਂ ਉਹ ਸੈੱਟ ਕਰ ਲੈਂਦੇ ਨੇ, ਪਰ ਸੱਤਾ ਦੀਆਂ ਜਿਹੜੀਆਂ ਬਾਰੀਕੀਆਂ ਨੇ ਉਹ ਨਾ ਜਾਣਨ ਕਾਰਨ, ਪ੍ਰਜਾ ਦੇ ਹਿੱਤ ਨਾ ਜਾਣਨ ਕਾਰਨ ਪ੍ਰਜਾ ਦਾ ਜਿਹੜਾ ਫਿਰ ਘਾਣ ਹੁੰਦਾ ਹੈ। ਇਸ ਲਈ ਸੁਕਰਾਤ ਨੇ ਕਿਹਾ ਕਿ ਇੱਕ ਆਰਟ ਹੈ, ਇਸ ਦੇ ਵਿੱਚ ਜੇਕਰ ਆਉਣਾ ਹੈ ਤਾਂ ਫਿਰ ਉਸ ਇਨਸਾਨ ਨੂੰ ਇਹ ਆਰਟ ਸਿੱਖਣੀ ਜ਼ਰੂਰੀ, ਉਸ ਇਨਸਾਨ ਦੇ ਲਈ ਆਰਟ ਸਿੱਖਣੀ ਜ਼ਰੂਰੀ ਹੈ। ਔਰ ਇਹ ਆਰਟ, ਇਹ ਕਲਾ ਉਹ ਉਹੀ ਸਿੱਖ ਸਕਦਾ ਹੈ ਜਿਹੜਾ ਗਿਆਨਵਾਨ ਹੈ, ਜਿਹੜਾ ਗਿਆਨ ਦੇ ਨਾਲ ਭਰਿਆ ਪਿਆ ਹੈ, ਉਹੀ ਇਸ ਆਰਟ ਨੂੰ ਸਿੱਖ ਸਕਦਾ ਹੈ। ਹੁਣ ਅਨਪੜ੍ਹ ਇਨਸਾਨ ਜਿਸ ਨੇ ਕਦੇ ਸਕੂਲ ਦੇ ਵਿੱਚ ABC ਤੱਕ ਨਹੀਂ ਸਿੱਖੀ ਤਾਂ ਉਹ ਡਾਕਟਰੀ ਦੀ ਡਿਗਰੀ ਹਾਸਲ ਨਹੀਂ ਕਰ ਸਕਦਾ। ਇਸ ਦੇ ਲਈ ਉਸਨੂੰ ਪਹਿਲੇ ਗਿਆਨਵਾਨ ਹੋਣਾ ਪਵੇਗਾ। ਪਹਿਲੇ ਉਸਨੂੰ ਜਿਹੜੀ ਲੈਂਗੁਏਜਿਸ ਨੇ ਜਾਂ ਜਿਹੜੇ ਸਬਜੈਕਟਸ ਨੇ ਉਹਨਾਂ ਦੀ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ ਉਸ ਦੇ ਕੋਲ, ਫਿਰ ਅਖੀਰ ਦੇ ਵਿੱਚ ਉਹ ਜਿਹੜਾ ਸਪੈਸ਼ਲਾਈਜੇਸ਼ਨ ਕਰ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਇਨਸਾਨ ਰਾਜਨੀਤੀ ਦੇ ਵਿੱਚ ਆਏ ਉਹ ਪਹਿਲੇ ਗਿਆਨਵਾਨ ਹੋਏ, ਉਸ ਦੇ ਵਿੱਚ ਗਿਆਨ ਹੋਵੇ। ਔਰ ਉਹ ਜਿਹੜੇ ਸੁਕਰਾਤ ਨੇ ਉਹ ਸਭ ਤੋਂ ਵੱਡੇ ਵਿਰੋਧੀ ਕਿਸਦੇ ਨੇ? ਉਹ ਵਿਰੋਧ ਕਰਦੇ ਨੇ ਪ੍ਰਚਲਿਤ ਲੋਕਤੰਤਰ ਦਾ, ਜੋ ਅੱਜ ਦੀ ਡੈਮੋਕ੍ਰੇਸੀ ਵੀ ਆਪਾਂ ਵੇਖਦੇ ਹਾਂ। ਸੁਕਰਾਤ ਨੇ ਡੈਮੋਕ੍ਰੇਸੀ ਦਾ ਵਿਰੋਧ ਕੀਤਾ। ਭਾਵੇਂ ਤਾਂ ਅੱਜ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਆਪਣਾ ਰਾਜਾ ਚੁਣਨ ਦਾ ਹੱਕ ਹੁੰਦਾ ਹੈ, ਪਰ ਅੱਜ ਦੀ ਜਿਹੜੀ ਡੈਮੋਕ੍ਰੇਸੀ ਹੈ, ਅੱਜ ਆਪਾਂ ਵੇਖ ਰਹੇ ਹਾਂ ਕਿ ਅੱਜ ਦੀ ਡੈਮੋਕ੍ਰੇਸੀ ਵੀ ਜਿਹੜੀ ਹੈ ਉਹ ਡਿਕਟੇਟਰਸ਼ਿਪ ਬਣ ਚੁੱਕੀ ਹੈ। ਤਾਂ ਉਸ ਸਮੇਂ ਵੀ ਸੁਕਰਾਤ ਨੇ ਇਹੀ ਮੁੱਦਾ ਚੁੱਕਿਆ ਕਿ ਜਿਹੜਾ ਲੋਕਤੰਤਰ ਹੈ ਉਹ ਸਭ ਤੋਂ ਵੱਡਾ ਪ੍ਰਜਾ ਦਾ ਘਾਣ ਕਰ ਰਿਹਾ ਹੈ, ਕਿਉਂਕਿ ਕੁਛ ਲੋਕ ਜਿਹੜੇ ਨੇ ਉਹ ਰਾਜੇ ਨੂੰ ਚੁਣ ਲੈਂਦੇ ਨੇ, ਤਾਂ ਉਹਨਾਂ ਕੁਛ ਲੋਕਾਂ ਦੇ ਕਰਕੇ ਫਿਰ ਬਹੁਤ ਵੱਡੀ ਗਿਣਤੀ ਦਾ ਜਿਹੜਾ ਹੈ ਉਹ ਘਾਣ ਹੁੰਦਾ ਹੈ। ਕਿਉਂਕਿ ਲੋਕਤੰਤਰ ਦੇ ਅੰਦਰ ਕੀ ਹੁੰਦਾ, ਅੱਜ ਵੀ ਤੁਸੀਂ ਵੇਖੋ ਕਿ ਅੱਜ ਵੀ ਡੈਮੋਕ੍ਰੇਸੀ ਜਿਹੜੀ ਹੈ ਉਹ ਵੇਚੀ ਜਾਂਦੀ ਹੈ, ਅੱਜ ਵੀ ਡੈਮੋਕ੍ਰੇਸੀ ਜਿਹੜੀ ਹੈ ਉਹ ਖਰੀਦੀ ਜਾਂਦੀ ਹੈ। ਕੋਈ ਵੀ ਚੀਜ਼ ਲੁਕੀ ਹੋਈ ਨਹੀਂ ਹੈ, ਸਾਰੇ ਹਾਲਾਤ, ਸਾਰਾ ਸਿਸਟਮ ਸਾਡੇ ਸਾਹਮਣੇ ਹੈ। ਤਾਂ ਉਸ ਸਮੇਂ ਵੀ ਇਹ ਸਾਰੀਆਂ ਚੀਜ਼ਾਂ ਪ੍ਰਚਲਿਤ ਸੀ। ਉਹਨਾਂ ਨੇ ਕਿਹਾ ਕਿ ਡੈਮੋਕ੍ਰੇਸੀ ਦੇ ਨਾਲ ਕੀ ਹੋ ਰਿਹਾ ਹੈ, ਡੈਮੋਕ੍ਰੇਸੀ ਦੇ ਨਾਲ ਜਿਹੜੇ ਲੋਕ ਕਿਸੇ ਰਾਜੇ ਨੂੰ ਚੁਣ ਰਹੇ ਨੇ, ਪਰ ਉਹ ਰਾਜਾ ਜਿਹੜਾ ਹੈ ਫਿਰ ਉਹਨਾਂ ਖਾਸ ਲੋਕਾਂ ਦੇ ਹਿੱਤਾਂ ਦੇ ਲਈ ਹੀ ਕੰਮ ਕਰ ਰਿਹਾ ਹੈ। ਅੱਜ ਵੀ ਜਦ ਵੋਟਸ ਵਿਕਦੀਆਂ ਨੇ, ਜਿਹੜੇ ਖਾਸ ਲੋਕ ਜਿਹੜੇ, ਕਿਉਂਕਿ ਆਮ ਜਨਤਾ ਜਿਹੜੀ ਹੈ ਉਹ ਉਸਦੀ ਘੱਟ ਬੇਸ਼ੱਕ ਉਹ ਵੋਟ ਦਿੰਦੀ ਹੈ, ਪਰ ਦਿਮਾਗੀ ਤੌਰ 'ਤੇ ਉਹ ਜਿਹੜੀ ਜਨਤਾ ਹੈ ਉਸਨੂੰ ਖਰੀਦਿਆ ਜਾਂਦਾ ਹੈ, ਉਸਨੂੰ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਆਮ ਜਨਤਾ ਜਿਹੜੀ ਹੈ ਉਸਨੂੰ ਕੁਛ ਨਾ ਕੁਛ ਚਾਹੀਦਾ ਹੈ। ਔਰ ਜਿਹੜੇ ਸਾਡੇ ਲੀਡਰਸ ਹੁੰਦੇ ਨੇ ਉਹ ਫਿਰ ਇੱਕ ਛੋਟਾ ਜਿਹਾ ਲੋਲੀਪੌਪ ਜਿਹੜੀ ਆਮ ਜਨਤਾ ਦੇ ਮੂੰਹ ਦੇ ਵਿੱਚ ਪਾ ਕੇ ਫਿਰ ਆਪਣੇ ਜਿਹੜੇ ਹਿੱਤ ਨੇ ਉਹ ਪੂਰੇ ਕਰ ਲੈਂਦੇ ਨੇ। ਔਰ ਇਸ ਲਈ ਜਿਹੜੇ ਲੋਕਤੰਤਰ ਹੈ ਉਸ ਦੇ ਵਿੱਚ ਚੁਣਿਆ ਹੋਇਆ ਰਾਜਾ ਫਿਰ ਬਾਅਦ ਦੇ ਵਿੱਚ ਕੁਛ ਵਿਅਕਤੀ ਵਿਸ਼ੇਸ਼ਾਂ ਦੇ ਕਰਕੇ ਹੀ ਕੰਮ ਕਰਦਾ ਹੈ, ਜਿਸ ਦੇ ਨਾਲ ਪੂਰਾ ਰਾਜ ਪ੍ਰਬੰਧ ਜਿਹੜਾ ਹੈ, ਪੂਰਾ ਪੋਲੀਟੀਕਲ ਸਿਸਟਮ ਜਿਹੜਾ ਹੈ ਉਹ ਵਿਗੜ ਜਾਂਦਾ ਹੈ। ਔਰ ਉਹਨਾਂ ਨੇ ਕਿਹਾ ਕਿ ਸਮਾਜ ਜਿਹੜਾ ਹੈ ਇਸ ਪ੍ਰਣਾਲੀ ਦੇ ਅੰਦਰ, ਡੈਮੋਕ੍ਰੇਸੀ ਦੇ ਅੰਦਰ ਫਿਰ ਕੀ ਹੁੰਦਾ ਹੈ, ਖੋਤੇ ਅਤੇ ਘੋੜੇ ਨੂੰ ਫਿਰ ਸਮਾਜ ਜਿਹੜਾ ਹੈ ਉਹ ਸਮਾਨ ਸਮਝਣ ਲੱਗ ਪੈਂਦਾ ਹੈ। ਉਹਨਾਂ ਨੇ ਡੈਮੋਕ੍ਰੇਸੀ ਦੇ ਉੱਤੇ ਜ਼ੋਰ ਨਹੀਂ ਦਿੱਤਾ, ਉਹਨਾਂ ਨੇ ਕੁਲੀਨ ਤੰਤਰ ਦੇ ਉੱਤੇ ਜ਼ੋਰ ਦਿੱਤਾ। ਇੱਕ ਐਸਾ ਤੰਤਰ
ਪ੍ਰਜਾਤੰਤਰ ਦੇ ਬਦਲੇ ਉਹਨਾਂ ਨੇ ਕਿਹਾ ਕਿ ਬੁੱਧੀਮਾਨ ਕੁਲੀਨ ਤੰਤਰ ਜ਼ਿਆਦਾ ਜਿਹੜਾ ਹੈ ਉਹ ਲਾਭਦਾਇਕ ਹੈ। ਕੁਲੀਨ ਤੰਤਰ ਉਹ ਹੁੰਦਾ ਹੈ ਜਿੱਥੇ ਕਾਨੂੰਨ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾਂਦਾ ਹੈ। ਰਾਜਾ ਜਿਹੜਾ ਹੈ ਉਹ ਸਾਰੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ, ਪ੍ਰਜਾ ਦੇ ਹਿੱਤਾਂ ਦੀ ਗੱਲ ਕਰਦਾ ਹੈ, ਪ੍ਰਜਾ ਦੇ ਬਾਰੇ ਜਾਣਦਾ ਹੈ, ਕਿਉਂਕਿ ਸੁਕਰਾਤ ਇਹ ਮੰਨਦੇ ਸਨ ਕਿ ਰਾਜ ਦੇ ਜਿਹੜੇ ਨਿਯਮ ਨੇ, ਰਾਜ ਦੇ ਜਿਹੜੇ ਕਾਨੂੰਨ ਨੇ ਉਹ ਰੱਬੀ ਹੁਕਮ ਨੇ। ਜੇਕਰ ਰਾਜਾ ਉਹਨਾਂ ਰੱਬੀ ਹੁਕਮਾਂ ਨੂੰ ਮੰਨਦਾ ਹੈ ਤਦ ਹੀ ਜਿਹੜਾ ਸਮਾਜ ਦੇ ਅੰਦਰ ਇੱਕ ਚੰਗਾ ਜਿਹੜਾ ਰਾਜਤੰਤਰ ਹੈ ਉਸਨੂੰ ਵਸਾਇਆ ਜਾ ਸਕਦਾ ਹੈ, ਇੱਕ ਚੰਗਾ ਜਿਹੜਾ ਰਾਜ ਪ੍ਰਬੰਧ ਹੈ ਉਹ ਕੀਤਾ ਜਾ ਸਕਦਾ ਹੈ। ਅਗਲਾ ਪੁਆਇੰਟ ਹੈ ਸਿਆਣਪ ਸਭ ਤੋਂ ਵੱਡਾ ਗੁਣ ਹੈ। ਸੁਕਰਾਤ ਨੇ ਸਿਆਣਪ ਨੂੰ ਸਭ ਤੋਂ ਵੱਡਾ ਗੁਣ ਮੰਨਿਆ। ਸੁਕਰਾਤ ਨੇ ਕਿਹਾ ਕਿ ਜਿਸ ਦੇ ਅੰਦਰ ਗਿਆਨ ਹੈ ਜਾਂ ਜਿਸ ਦੇ ਅੰਦਰ ਸਿਆਣਪ ਹੈ ਉਸ ਦੇ ਅੰਦਰ ਹੀ ਤਰਕਵਾਦੀ ਸੋਚ ਜਿਹੜੀ ਹੈ ਉਹ ਜਨਮ ਲੈਂਦੀ ਹੈ। ਸੁਕਰਾਤ ਦੇ ਮੁਤਾਬਿਕ ਜੋ ਇਨਸਾਨ ਚੰਗਾ ਸੋਚਦਾ ਹੈ ਉਸਨੂੰ ਸਾਰੀਆਂ ਚੀਜ਼ਾਂ ਚੰਗੀਆਂ ਦਿਖਦੀਆਂ ਨੇ, ਅਤੇ ਜਿਹੜਾ ਇਨਸਾਨ ਬੁਰਾ ਸੋਚਦਾ ਹੈ ਉਹਨੂੰ ਫਿਰ ਸਾਰੀਆਂ ਚੀਜ਼ਾਂ ਬੁਰੀਆਂ ਦਿਖਦੀਆਂ ਨੇ। ਸੁਕਰਾਤ ਇਸ ਚੀਜ਼ ਨੂੰ ਮੰਨਦੇ ਸਨ ਕਿ ਮੂਰਖ ਅਤੇ ਬੁੱਧੀਮਾਨ ਦੀ ਪਛਾਣ ਕਿਵੇਂ ਹੋ ਸਕਦੀ ਹੈ। ਇੱਕ ਵਾਰ ਉਹਨਾਂ ਦੇ ਚੇਲਿਆਂ ਨੇ ਉਹਨਾਂ ਤੋਂ ਸਵਾਲ ਪੁੱਛਿਆ ਸੀ ਕਿ ਮੂਰਖ ਔਰ ਬੁੱਧੀਮਾਨ ਕੌਣ ਹੈ, ਤਾਂ ਸੁਕਰਾਤ ਨੇ ਇਸ ਦਾ ਸਿੱਧਾ ਜਵਾਬ ਦਿੱਤਾ ਸੀ ਕਿ ਜੋ ਇਨਸਾਨ ਆਪਣੇ ਐਕਸਪੀਰੀਅੰਸ ਤੋਂ ਸਿੱਖਦਾ ਨਹੀਂ ਹੈ, ਜੋ ਆਪਣੇ ਅਨੁਭਵਾਂ ਤੋਂ ਲਾਭ ਨਹੀਂ ਉਠਾਉਂਦਾ, ਉਹ ਮੂਰਖ ਹੈ, ਅਤੇ ਜਿਹੜਾ ਇਨਸਾਨ ਆਪਣੇ ਐਕਸਪੀਰੀਅੰਸ ਤੋਂ, ਆਪਣੇ ਤਜਰਬਿਆਂ ਤੋਂ ਸਿੱਖਦਾ ਹੈ ਉਹ ਸਿਆਣਾ ਹੈ। ਸੁਕਰਾਤ ਕਹਿੰਦੇ ਨੇ ਕਿ ਜਿਹੜਾ ਇਨਸਾਨ, ਜੇਕਰ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਐਕਸਪੀਰੀਅੰਸ, ਕੋਈ ਘਟਨਾ ਵਾਪਰੀ, ਜੇਕਰ ਉਹ ਉਸ ਘਟਨਾ ਤੋਂ, ਉਸ ਐਕਸਪੀਰੀਅੰਸ ਤੋਂ ਸਿੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵੱਧਦਾ ਤਾਂ ਉਹ ਮੂਰਖ ਹੈ। ਭਾਵ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਉਹ ਘਟਨਾ ਵਾਰ-ਵਾਰ ਵਾਪਰੇਗੀ, ਉਸਨੂੰ ਬਾਰ-ਬਾਰ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਵੇਗਾ। ਪਰ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਆਈ ਮੁਸੀਬਤਾਂ ਤੋਂ, ਆਪਣੀ ਜ਼ਿੰਦਗੀ ਦੇ ਅੰਦਰ ਆਏ ਐਕਸਪੀਰੀਅੰਸ ਤੋਂ, ਡਿਫਿਕਲਟੀਜ਼ ਤੋਂ ਸਿੱਖ ਕੇ ਆਪਣੀ ਜ਼ਿੰਦਗੀ ਦੇ ਅੰਦਰ ਅੱਗੇ ਵੱਧਦਾ ਹੈ, ਉਹ ਇਨਸਾਨ ਸਭ ਤੋਂ ਜ਼ਿਆਦਾ ਸਿਆਣਾ ਹੈ। ਅਤੇ ਸਿਆਣਪ ਉੱਤੇ ਸੁਕਰਾਤ ਨੇ ਬਹੁਤ ਜ਼ਿਆਦਾ ਜ਼ੋਰ ਦਿੱਤਾ। ਇਸ ਦੇ ਨਾਲ ਹੀ ਜਦ ਆਪਾਂ ਸੁਕਰਾਤ ਦੀ ਸਿੱਖਿਆਵਾਂ ਨੂੰ ਵੇਖਦੇ ਹਾਂ ਤਾਂ ਉਹਨਾਂ ਨੇ ਆਤਮਾ ਦੀ ਸੱਚਾਈ ਨੂੰ ਬਿਆਨ ਕੀਤਾ, ਲੋਕਾਂ ਦੇ ਅੰਦਰ ਦੱਸਿਆ ਕਿ ਆਤਮਾ ਦੀ ਅਸਲ ਸੱਚਾਈ ਕੀ ਹੈ। ਆਤਮਾ ਨੇ ਪਰਮਾਤਮਾ ਤੱਕ ਪਹੁੰਚਣਾ ਹੈ। ਉਹਨਾਂ ਨੇ ਕੁਦਰਤ ਦੇ ਸੱਚ ਨੂੰ ਦੱਸਿਆ, ਰੱਬ ਤੱਕ ਪਹੁੰਚਣ ਦਾ ਰਾਹ ਉਹਨਾਂ ਨੇ ਦੱਸਿਆ, ਔਰ ਮੌਤ ਦਾ ਸੱਚ ਅਤੇ ਮੌਤ ਦੀ ਜਿਹੜੀ ਸੱਚਾਈ ਹੈ ਉਹ ਵੀ ਉਹਨਾਂ ਨੇ ਸਮਾਜ ਦੇ ਅੱਗੇ ਰੱਖੀ। ਧਰਮ ਰਾਜਨੀਤੀ ਉੱਤੇ ਵੀ ਉਹਨਾਂ ਨੇ ਗੱਲ ਕੀਤੀ। ਇਹ ਸਾਰੇ ਵਿਸ਼ਿਆਂ ਨੂੰ ਉਹਨਾਂ ਨੇ ਆਪਣੇ ਉਪਦੇਸ਼ਾਂ ਦੇ ਅੰਦਰ ਸ਼ਾਮਿਲ ਕੀਤਾ। ਹੁਣ ਜਦ ਆਪਾਂ ਸੁਕਰਾਤ ਦੇ ਆਖਰੀ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਸੁਕਰਾਤ ਦੇ ਉੱਤੇ ਜਿਹੜੇ ਨੇ ਉਹ ਇਲਜ਼ਾਮ ਲਗਾਏ ਗਏ ਕਿ ਸੁਕਰਾਤ ਜਿਹੜੇ ਨੇ ਉਹ ਕਿ ਜਿਹੜੀ ਉਸ ਸਮੇਂ ਦੇ ਜਿਹੜੀ ਧਾਰਮਿਕ ਜਿਹੜੇ ਚਿੰਨ੍ਹ ਸਨ, ਸੁਕਰਾਤ ਜਿਹੜੇ ਨੇ ਧਾਰਮਿਕ ਚਿੰਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ। ਭਾਵ ਕਿ ਉਹ ਜੋ ਲੋਕ ਉਸ ਸਮੇਂ ਮੂਰਤੀਆਂ ਦੀ ਪੂਜਾ ਕਰਿਆ ਕਰਦੇ ਸਨ, ਦੇਵਤਿਆਂ ਦੀ ਪੂਜਾ ਕਰਿਆ ਕਰਦੇ ਸਨ, ਸੁਕਰਾਤ ਉਸ 'ਤੇ ਬਿਲਕੁਲ ਉਲਟ ਸਨ। ਇਹ ਵੀ ਉਹਨਾਂ ਦੇ ਉੱਤੇ ਇੱਕ ਜਿਹੜਾ ਹੈ ਦੋਸ਼ ਲੱਗਿਆ। ਦੂਜਾ ਦੋਸ਼ ਉਹਨਾਂ ਦੇ ਉੱਤੇ ਇਹ ਲੱਗਿਆ ਕਿ ਉਹਨਾਂ ਨੇ ਜੋ ਉੱਥੇ ਦੇ ਐਥਨਸ ਦੇ ਜਾਂ ਹੋਰ ਜਗ੍ਹਾਵਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਭੜਕਾਉਣ ਦਾ ਕੰਮ ਕੀਤਾ ਹੈ, ਕਿਉਂਕਿ ਉਸ ਸਮੇਂ ਰਾਜਨੀਤੀ ਔਰ ਧਰਮ ਇਹੀ ਚਾਹੁੰਦਾ ਸੀ ਕਿ ਜਿਹੜੇ ਲੋਕ ਨੇ ਉਹ ਅੰਨੇ ਬਣ ਕੇ, ਉਹ ਗੂੰਗੇ ਬਣ ਕੇ ਜੋ ਉਹ ਕੁਝ ਕਹਿ ਰਹੇ ਨੇ ਬਸ ਉਹੀ ਕਰੀ ਜਾਣ। ਪਰ ਜਦ ਸੁਕਰਾਤ ਆਏ, ਉਹਨਾਂ ਦੇ ਉਪਦੇਸ਼ਾਂ ਨੇ ਲੋਕਾਂ ਦੇ ਅੰਦਰ ਇੱਕ ਨਵੀਂ ਜਾਗਰਤੀ ਪੈਦਾ ਕੀਤੀ। ਲੋਕ ਜਿਹੜੇ ਨੇ ਉਹ ਤਰਕਸ਼ੀਲ ਹੋਏ, ਸਵਾਲ ਜਵਾਬ ਉਹਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ। ਤਾਂ ਉਸ ਸਮੇਂ ਦੀਆਂ ਨੂੰ, ਉਸ ਸਮੇਂ ਦੀ ਧਾਰਮਿਕ ਆਗੂਆਂ ਨੂੰ ਇਹ ਗੱਲ ਚੁਭਣੀ ਸ਼ੁਰੂ ਹੋ ਗਈ, ਔਰ ਉਸ ਸਮੇਂ ਉਹਨਾਂ ਨੇ ਦੋਸ਼ ਲਗਾਇਆ ਕਿ ਸੁਕਰਾਤ ਜਿਹੜੇ ਨੇ ਉਹ ਲੋਕਾਂ ਨੂੰ ਧਰਮ ਦੇ ਨਾਲੋਂ, ਔਰ ਸੁਕਰਾਤ ਧਰਮ ਦੇ ਨਾਲੋਂ ਤੋੜਨ ਦੇ ਨਾਲ ਉਹ ਉਹਨਾਂ ਨੂੰ ਦੇਸ਼ ਦਾ, ਕੌਮ ਦਾ ਜਿਹੜਾ ਹੈ ਉਹ ਵੀ ਉਸ ਦੇ ਪ੍ਰਤੀ ਵੀ ਉਹ ਨੌਜਵਾਨ ਲੋਕਾਂ ਨੂੰ ਭੜਕਾ ਰਹੇ ਨੇ ਅਤੇ ਨੌਜਵਾਨਾਂ ਨੂੰ ਭ੍ਰਿਸ਼ਟ ਕਰ ਰਹੇ ਨੇ। ਅਤੇ ਇਹ ਜਿਹੜੇ ਸਾਰੇ ਇਲਜ਼ਾਮ ਲਗਾ ਕੇ ਸੁਕਰਾਤ ਦੇ ਉੱਤੇ ਮੁਕੱਦਮਾ ਚਲਾਇਆ ਗਿਆ। ਆਖਿਰਕਾਰ ਸੁਕਰਾਤ ਦੇ ਜਦ ਉੱਤੇ ਮੁਕੱਦਮਾ ਚਲਾਇਆ ਗਿਆ ਤਾਂ ਉਸ ਸਮੇਂ ਸੁਕਰਾਤ ਨੇ ਆਪਣੇ ਹਿੱਤ ਦੇ ਵਿੱਚ ਇਹੀ ਕਿਹਾ ਕਿ ਜੇਕਰ ਮੈਂ ਜਿਉਂਦਾ ਹਾਂ ਤਾਂ ਮੈਂ ਹਮੇਸ਼ਾ ਸੱਚਾਈ ਦੇ ਨਾਲ ਖੜਾ ਹੋਵਾਂਗਾ, ਮੈਨੂੰ ਸੱਚਾਈ ਬਿਆਨ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਇਹ ਚੀਜ਼ਾਂ ਕਹਿ ਕੇ ਆਖਿਰਕਾਰ ਉੱਥੇ ਦੀ ਜਿਹੜੀ
ਜੁਡੀਸ਼ਰੀ ਸੀ, ਉੱਥੇ ਦੇ ਜਿਹੜੇ ਜੱਜ ਸਨ, ਉਹਨਾਂ ਨੂੰ ਫਿਰ ਮੌਤ ਦੀ ਸਜ਼ਾ ਸੁਣਾਈ। ਮੌਤ ਦੀ ਸਜ਼ਾ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਕਿਹਾ ਗਿਆ ਕਿ ਅਖੀਰ ਦੇ ਵਿੱਚ ਇਹਨਾਂ ਨੂੰ ਜ਼ਹਿਰ ਦਾ ਜਿਹੜਾ ਪਿਆਲਾ ਹੈ ਉਹ ਦੇ ਦਿੱਤਾ ਜਾਵੇਗਾ। ਪਰ ਜਦ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ, ਉਸ ਸਮੇਂ ਐਥਨਸ ਦੇ ਅੰਦਰ ਜੋ ਧਾਰਮਿਕ ਜਿਹੜੇ ਤਿਉਹਾਰ ਨੇ ਉਹ ਚੱਲ ਰਹੇ ਸਨ, ਔਰ ਆਖਿਰਕਾਰ 1 ਮਹੀਨੇ ਤੋਂ ਬਾਅਦ ਜਦ ਐਥਨਸ ਦੇ ਅੰਦਰ ਧਾਰਮਿਕ ਤਿਉਹਾਰ ਖਤਮ ਹੁੰਦੇ ਨੇ ਤਾਂ 1 ਮਹੀਨੇ ਦੇ ਬਾਅਦ ਫਿਰ ਉਹਨਾਂ ਨੂੰ ਜ਼ਹਿਰ ਦਾ ਜਿਹੜਾ ਪਿਆਲਾ ਹੈ ਉਹ ਦੇ ਦਿੱਤਾ ਜਾਂਦਾ ਹੈ। ਔਰ ਇਤਿਹਾਸਕਾਰ ਫਿਲਾਸਫਰਸ ਲਿਖਦੇ ਨੇ ਕਿ ਜਦ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਜਾਂਦਾ ਹੈ ਤਾਂ ਉਸ ਸਮੇਂ ਉਹਨਾਂ ਦੇ ਸਾਹਮਣੇ ਉਹਨਾਂ ਦੀ ਪਤਨੀ ਔਰ ਉਹਨਾਂ ਦੇ 2 ਜਵਾਨ ਪੁੱਤਰ ਰੋ ਰਹੇ ਹੁੰਦੇ ਨੇ, ਪਰ ਜਿਹੜੇ ਸੁਕਰਾਤ ਨੇ ਉਹ ਬਿਲਕੁਲ ਉਦਾਸ ਨਹੀਂ ਹੁੰਦੇ। ਉਹ ਰੋਂਦੇ ਹੋਏ ਲੋਕਾਂ ਨੂੰ ਸ਼ਾਂਤ ਕਰਦੇ ਨੇ ਔਰ ਜ਼ਹਿਰ ਨੂੰ ਜਿਹੜਾ ਹੈ ਸੁਕਰਾਤ ਪੀ ਜਾਂਦੇ ਨੇ, ਜੋ ਅਖੀਰਕਾਰ ਜੋ ਜ਼ਹਿਰ ਹੁੰਦਾ ਹੈ ਉਹਨਾਂ ਦੇ ਸਰੀਰ ਨੂੰ ਬੇਜਾਨ ਕਰ ਜਾਂਦਾ ਹੈ। ਔਰ ਅਖੀਰ ਦੇ ਵਿੱਚ 399 ਈਸਵੀ ਪੂਰਵ ਈਸਾ ਦੇ ਵਿੱਚ ਉਹ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ। ਆਈ ਹੋਪ ਕਿ ਅੱਜ ਦੀ ਕਲਾਸ ਦੇ ਵਿੱਚ ਤੁਹਾਨੂੰ ਜੋ ਸੁਕਰਾਤ ਦੀਆਂ ਸਿੱਖਿਆਵਾਂ ਨੇ ਉਹਨਾਂ ਦੇ ਬਾਰੇ ਵਿੱਚ ਸਮਝ ਪਈ ਹੋਵੇਗੀ, ਕਿਉਂਕਿ ਬਹੁਤ ਸਾਰਾ ਮੈਟਰ ਸੀ ਔਰ ਉਸ ਮੈਟਰ ਦੇ ਵਿੱਚੋਂ ਮੇਨ ਪੁਆਇੰਟਸ ਕੱਢਣੇ ਥੋੜ੍ਹਾ ਜਿਹਾ ਕੰਮ ਔਖਾ ਹੋ ਜਾਂਦਾ ਹੈ, ਕਿਉਂਕਿ ਪੜ੍ਹਨਾ ਇਸ ਦੇ ਵਿੱਚ ਬਹੁਤ ਜ਼ਿਆਦਾ ਪੈਂਦਾ ਹੈ। ਔਰ ਇਸ ਦੇ ਇਲਾਵਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੁਝ ਹੋਰ ਚੀਜ਼ਾਂ ਆਪਾਂ ਐਡ ਕਰ ਸਕਦੇ ਹਾਂ ਤਾਂ ਉਹ ਕਮੈਂਟ ਕਰਕੇ ਜ਼ਰੂਰ ਦੱਸਣਾ। ਅੱਜ ਦੀ ਕਲਾਸ ਤੁਹਾਨੂੰ ਕਿਵੇਂ ਦੀ ਲੱਗੀ, ਇਸ ਗੱਲ ਨੂੰ ਵੀ ਜ਼ਰੂਰ ਦੱਸਣਾ। ਔਰ ਜੇਕਰ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ, ਕਮੈਂਟ ਜ਼ਰੂਰ ਕਰਨਾ, ਲਾਈਕ ਜ਼ਰੂਰ ਕਰਨਾ, ਕਿਉਂਕਿ ਤੁਹਾਡੇ ਕਮੈਂਟ ਲਾਈਕ ਮੈਨੂੰ ਕਾਫੀ ਮੋਟੀਵੇਟ ਕਰਦੇ ਨੇ। ਅਗਲੀ ਕਲਾਸ ਦੇ ਵਿੱਚ ਆਪਾਂ ਦੂਜਾ ਜਿਹੜਾ ਦਾਰਸ਼ਨਿਕ ਹੈ ਜੋ ਯੂਨਾਨ ਕਾਵਿ ਸ਼ਾਸਤਰ ਦੇ ਅੰਦਰ ਆਪਾਂ ਪੜ੍ਹਨਾ ਹੈ, ਪਲੂਟੋ ਦੀ ਜੀਵਨ ਦੇ ਉੱਤੇ ਗੱਲ ਕਰਾਂਗੇ, ਉਹਨਾਂ ਦੀ ਸਿੱਖਿਆਵਾਂ ਬਾਰੇ ਗੱਲ ਕਰਾਂਗੇ। ਤਾਂ ਅੱਜ ਦੀ ਕਲਾਸ ਦੇ ਨਾਲ ਸਾਡਾ ਸੁਕਰਾਤ ਦਾ ਜਿਹੜਾ ਕਨਸੈਪਟ ਹੈ, ਸੁਕਰਾਤ ਦਾ ਜਿਹੜਾ ਜੀਵਨ, ਉਹਨਾਂ ਦੀ ਸਿੱਖਿਆਵਾਂ ਜਿਹੜੀਆਂ ਨੇ ਉਹ ਕੰਪਲੀਟ ਹੁੰਦੀਆਂ ਨੇ। ਧੰਨਵਾਦ।